वाहेगुरु जी का खालसा वाहेगुरु जी की फतेह। गुरु चरना विच दूरों नेड़ियों चल करके संध्या दे दीवाना विच आप जी जुड़ बैठे हो। जिन्ना भी समा सतगुर जियां दी कृपा सदका प्राप्त हो रहा है, एक एक पल सफला बनाइए। सतगुरां दी पावन अमृतमयी कथा दे विचों कल आप जी ने सरवण कीता सी। धन धन साहिब श्री गुरु नानक देव जी महाराज भाई मरदाना जी नूं दिलासे दिंदे होए नगर बिसंबरपुर दे पास आए ने। सज्जा चरण धरती ते मारे है, एक लाल कढ़ के भाई मरदाना जी नूं फड़ा दिता। आखिया मरदानिया किसी जौहरी दे पास जाके इहदा मुल पवा के आ। पहलां ते भाई मरदाना जी गुस्सा गिला करते रहे, पातशाह जेब दे विच माया नहीं, इस पत्थर नूं किहने पुछना है। जौहरी ने 3 तांबे दे सिक्कियां दा मुल पाया, बड़ा खुश है। फिर वापस सतगुरां नूं आके दस्सिया, महाराज 3 पैसे तांबे दे मिलदे। गुरु साहब कहंदे नहीं भाई, इस नगर दे विच शाहूकार है सालसराय जौहरी, उहदे घर जा। लभदे लभाउंदे भाई मरदाना जी सालसराय जौहरी दी हवेली पहुँचे। जाके कपड़े की गंढ खोल के अपना लाल विखाया, उन्हें 100 रुपया देता, नाल ही लाल वापस कर दिता। आखण लगे इहदा मुल मैं नहीं पा सकता, ये तो बहुत बेशकीमती है। भाई मरदाना जी बड़े खुश होके आ गए भी नाले पुन्न नाले फलियां। लाल भी अपना मिल गया, पैसे भी 10 गुणा वध मिल गए, 100 रुपया। सतगुरां दे कोले आके अपने कीते वपार दा भाई मरदाना जी हुब के वख्यान कर दे। गुरु नानक साहब मर्द कहंदे, ओ मरदानिया वस्तु अपनी वापस लै आए हैं, जिन्हें तैनूं 100 रुपया दिता है पुछ के तो आया किस चीज़ का दिता है। इत्थों तक आप जी ने कल दे दीवाना विच समुचे प्रसंगां नूं सरवण कीता है। आओ कुछ समा मन चित बिरतियां नूं एकाग्र चित बनाइए, पाओ प्रेम दी सांझ, आसीसां बख्शो गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा पुन पुर बूझियो आन कै, कैसे दीने दाम, सुनत शाहो ने तब कहा, मिजमानी इहो नाम। दीना बंधु सतगुरु धन धन साहिब श्री गुरु नानक देव जी महाराज अपने प्रिया साथी भाई मरदाने नूं कहंदे, मरदानिया जिस जौहरी दे पासों 100 रुपया लैके आ गए हैं, उन्होंने पुछ के ते आ तू खरीदिया की है। पैसे मैनू दे दिते आ, लाल मेरा मैनू मोड़ दिता है। पर भाई मरदाना जी नूं यह सौदा बड़ा जचिया सी भी वेचिया भी आपां कुछ नहीं ते मुनाफा भी चोखा।
ਆਖਰਕਾਰ ਗੁਰੂ ਪਾਤਸ਼ਾਹ ਦਾ ਬਚਨ ਮੰਨਿਆ, ਚੱਲ ਕੇ ਸਾਲਸਰਾਏ ਜੌਹਰੀ ਦੀ ਹਵੇਲੀ ਵਿੱਚ ਆਏ। ਆਖਣ ਲੱਗੇ, ਸ਼ਾਹ ਜੀ ਮਾਫ ਕਰਿਓ, ਇੱਕ ਗੱਲ ਪੁੱਛਣੀ ਚਾਹੁੰਦਾ। ਜਦੋਂ ਤੁਸੀਂ ਮੇਰੇ ਪਾਸੋਂ ਲਾਲ ਖਰੀਦਿਆ ਹੀ ਨਹੀਂ, 100 ਰੁਪਈਆ ਕਿਸ ਗੱਲ ਦਾ? ਅੱਜ ਦਾ 100 ਨਹੀਂ, ਉਹਨਾਂ ਸਮਿਆਂ ਵਿੱਚ 100 ਰੁਪਇਆ ਹਜ਼ਾਰਾਂ ਦੀ ਕੀਮਤ ਰੱਖਦਾ ਸੀ। ਜਦੋਂ ਤਾਂਬੇ ਦੇ ਸਿੱਕੇ ਚੱਲਦੇ ਆ, ਰਜਤ ਪਣ ਚੱਲਦੇ ਆ, ਜਦੋਂ ਕੌਡੀਆਂ, ਇਹਨਾਂ ਦੀ ਵੀ ਕਦੇ ਕਦਰ ਹੁੰਦੀ ਸੀ। ਹੱਥ ਜੋੜ ਕੇ ਸਾਲਸਰਾਏ ਜੌਹਰੀ ਆਖਣ ਲੱਗਿਆ, ਉਹ ਫਕੀਰਾ ਸੱਜਣਾ, ਤੇਰੇ ਇਸ ਲਾਲ ਦੇ ਉੱਤੇ ਲਿਖਿਆ ਹੋਇਆ ਇਹਦੀ ਦਰਸ਼ਨੀ ਭੇਟਾ 100 ਰੁਪਈਆ। ਮੈਂ ਤੇ ਤੈਨੂੰ ਮੇਜ਼ਬਾਨੀ ਦਿੱਤੀ ਹੈ। ਮੇਜ਼ਬਾਨੀ ਕੀ ਹੁੰਦੀ ਹੈ? ਪ੍ਰਾਹੁਣਚਾਰੀ। ਤੂੰ ਪਹਿਲੀ ਵਾਰ ਮੇਰੇ ਕੋਲ ਚੱਲ ਕੇ ਆਇਆ, ਤੇਰੀ ਆਓ ਭਗਤ ਕੀਤੀ, ਤੈਨੂੰ ਮੈਂ ਜਿਉ ਆਇਆ ਆਖਿਆ। ਪਰ ਹੈਰਾਨੀ ਦੀ ਗੱਲ ਹੈ, ਕਦੇ ਇਸ ਲਾਲ ਦੀ ਕਦਰ ਕੋਈ 3 ਤਾਂਬੇ ਦੇ ਸਿੱਕੇ ਪਾਉਂਦਾ ਸੀ, ਪਰ ਇਸ ਸੱਜਣ ਨੇ ਖਰੀਦਿਆ ਵੀ ਨਹੀਂ, ਵੇਖਣ ਦਾ ਹੀ 100 ਦੇਤਾ। ਕਹਿੰਦੇ ਪ੍ਰਾਹੁਣਚਾਰੀ ਹੈ। ਮੈਨੂੰ ਤੇਰਾ ਸੁਭਾਅ ਚੰਗਾ ਲੱਗਾ, ਤੇਰੇ ਲਾਲ ਦੀ ਕੀਮਤ ਤੇ ਬਹੁਤ ਹੈ, ਇਹਨੂੰ ਵੇਖਣ ਦਾ ਮੁੱਲ ਹੀ 100 ਲਿਖਿਆ ਸੀ, ਮੈਂ ਤੈਨੂੰ ਸੌਂਪ ਦਿੱਤੇ ਨੇ। ਚੌਪਈ ਐਸੇ ਲਿਖਿਓ ਲਾਲ ਪਰਤੇ, ਸਹਿਸ ਰਜਤ ਪਨ ਦੇਖੇ ਦੇ। ਭਾਈ ਮੈਂ ਤੈਨੂੰ ਆਪਣੇ ਕੋਲੋਂ ਨਹੀਂ ਦਿੱਤਾ, ਜਦ ਮੁੱਲ ਹੀ ਦੇਖਣ ਦਾ ਇੰਨਾ ਏ, ਜਿੰਨਾ ਮੁੱਲ ਲਿਖਿਆ ਸੀ ਮੈਂ ਵੇਖ ਕੇ ਤੈਨੂੰ ਮੁੱਲ ਦੇ ਦਿੱਤਾ। ਮੈਂ ਤੇ ਹੱਥਾਂ ਵਿੱਚ ਵੀ ਇਹਨੂੰ ਫੜਿਆ, ਪਰ ਮੈਂ ਖੁਸ਼ ਹਾਂ ਤੇਰੇ ਤੋਂ। ਭਾਈ ਮਰਦਾਨਾ ਕਹਿੰਦਾ, ਮੈਨੂੰ ਇਹ ਮਾਇਆ ਨਹੀਂ ਚਾਹੀਦੀ। ਉਹ ਕਹਿੰਦੇ, ਨਹੀਂ, ਇਹ ਤੇਰਾ ਹੱਕ ਹੈ, ਤੇਰੀ ਵਸਤੂ ਇੰਨੀ ਕੀਮਤੀ ਹੈ, ਇਹ ਲਾਲ ਉੱਤੇ ਲਿਖਿਆ ਵੀ 100 ਰੁਪਇਆ ਦੇਖਣ ਦਾ ਮੁੱਲ, ਤੇ ਮੈਂ ਦੇ ਦਿੱਤਾ। ਜੇ ਮੈਂ ਨਾ ਦਿੰਦਾ ਤੇ ਮੈਂ ਬੇਈਮਾਨ ਹੁੰਦਾ, ਆਪਣੇ ਧਰਮ ਤੋਂ ਅਧਰਮੀ ਬਣਦਾ। ਮੈਂ ਤੇ ਮਰਦਾਨੇ ਆਪਣਾ ਧਰਮ ਨਿਭਾਇਆ। ਤੂੰ ਇਸ ਗੱਲ ਦਾ ਗੁੱਸਾ ਗਿਲਾ ਨਾ ਕਰ, ਗੱਲ ਦਿਲ ਤੇ ਨਾ ਲਾ। ਸ਼ਾਇਦ ਮੈਂ ਤੇਰੇ ਨਾਲ ਕੋਈ ਹੇਰ ਫੇਰ ਕੀਤੀ, ਨਹੀਂ, ਮੈਂ ਆਪਣੇ ਧਰਮ ਨੂੰ ਮੰਨ ਕੇ ਤੈਨੂੰ ਆਖਦਾ ਹਾਂ, ਮੈਂ ਬੜੀ ਖੁਸ਼ੀ ਦੇ ਨਾਲ ਉਹੀ ਮੁੱਲ ਦਿੱਤਾ ਏ ਜੋ ਲਿਖਿਆ ਹੋਇਆ ਏ। ਕੀਮਤ ਔਰ ਕਹੈ ਸੋ ਦੇਉ, ਲਾਲ ਮੋਲ ਤੁਮ ਦੇ ਕਰ ਲਿਓ। ਜੌਹਰੀ ਸਾਲਸਰਾਏ ਆਖਣ ਲੱਗਿਆ, ਸੱਜਣਾ ਜੇ ਇਸ ਲਾਲ ਦੀ ਕੀਮਤ ਪਾਉਣੀ ਚਾਹੁੰਦਾ ਹੈ, ਤੈਨੂੰ ਬੈਠਣਾ ਪੈਣਾ ਹੈ। ਹੋ ਸਕਦਾ ਇਹਦੀ ਕੀਮਤ ਮੇਰੇ ਕੋਲ ਨਾ ਹੋਵੇ, ਇਤੇ ਇੰਨਾ ਮਹਿੰਗਾ ਹੈ। ਤੇ ਖਿਆਲ ਵਿੱਚ ਆਵੇ ਵੀ ਕੋਈ 1 ਤਾਂਬੇ ਦਾ ਸਿੱਕਾ ਮੁੱਲ ਪਾਉਂਦਾ ਸੀ, ਕੋਈ 3 ਪਾਉਂਦਾ ਸੀ। ਇਹ ਤੇ ਬੰਦਾ ਹੀ ਬਹੁਤ ਵੱਡੇ ਦਿਲ ਵਾਲਾ ਹੈ, ਜਿਹਨੇ ਖਰੀਦਿਆ ਵੀ ਕੁਝ ਨਹੀਂ ਤੇ ਦੇ ਬਹੁਤ ਕੁਝ ਦਿੱਤਾ। ਭਾਈ ਮਰਦਾਨਾ ਉਸ ਸੱਜਣ ਤੋਂ ਫਿਦਾ ਹੋਇਆ ਬੈਠਾ, ਪ੍ਰਭਾਵਿਤ ਹੋ ਗਿਆ। ਪਰ ਉਹ ਕਹਿੰਦਾ, ਮੈਂ ਇਹਦੇ 'ਚ ਕੀਤਾ ਹੀ ਕੁਝ ਨਹੀਂ, ਜੋ ਸਰਦਾ ਸੀ, ਜੋ ਬਣਦਾ ਸੀ, ਜੋ ਲਿਖਿਆ ਸੀ ਮੈਂ ਕੀਤਾ ਏ। ਮੁੱਲ ਮੈਂ ਉਸ ਦਿਨ ਦਿਆਂਗਾ ਜਿਸ ਦਿਨ ਤੁਸੀਂ ਮੁੱਲ ਪਵਾਉਣਾ ਚਾਹੋਗੇ। ਭਾਈ ਮਰਦਾਨਾ ਜੀ ਨੂੰ ਕੁਝ ਸਮਝ ਨਹੀਂ ਆਉਂਦਾ। ਸਤਿਗੁਰ ਕਹਿੰਦੇ, ਪੁੱਛ ਕੇ ਆ, ਪੁੱਛ ਤੇ ਲਿਆ। ਹੁਣ ਇਹ ਤੇ ਗੱਲ ਪਤਾ ਲੱਗ ਗਈ ਵੀ 100 ਰੁਪਇਆ ਇਸ ਲਾਲ ਦਾ ਮੁੱਲ ਨਹੀਂ, ਟੋਕਨ ਮਨੀ ਹੈ। ਸਿਰਫ ਦੇਖਣ ਦਾ ਹੀ ਮੁੱਲ ਉਸ ਜੌਹਰੀ ਨੇ ਦਿੱਤਾ ਏ। ਸੁਣ ਕਰ ਪੁਨਿਆਵਾ ਮਰਦਾਨਾ, ਸ਼ਾਹੋ ਬਚਨ ਗੁਰ ਪਾਸ ਬਖਾਨਾ। ਇਹ ਬਚਨ ਸੁਣ ਕੇ ਸਾਲਸਰਾਏ ਜੌਹਰੀ ਦੇ ਭਾਈ ਮਰਦਾਨਾ ਬੜੇ ਖੁਸ਼-ਖੁਸ਼ ਚੱਲ ਕੇ ਆਏ, ਮੱਥਾ ਮਰਦ ਨੂੰ ਟੇਕਿਆ, ਬੈਠੇ ਆ ਜੀ ਚੜ੍ਹਦੀ ਕਲਾ 'ਚ। ਇਹ ਚੜ੍ਹਦੀ ਕਲਾ ਕਾਹਦੀ ਹੈ? ਮਾਇਆ ਦੀ। ਕੁਝ ਘੰਟੇ ਪਹਿਲਾਂ ਕੀ ਕਹਿੰਦੇ ਸੀ, ਬਾਬਾ ਮਾੜੀ ਕਿਸਮਤ, ਮੈਨੂੰ ਤੇਰਾ ਸੰਗ ਮਿਲ ਗਿਆ, ਮੈਂ ਤੇ ਮਰ ਜਾਣਾ ਭੁੱਖਾ। ਪਰ ਅੱਜ ਉਹ ਭੁੱਖ ਕਿੱਥੇ ਹੈ, ਉਹ ਪਿਆਸ ਕਿੱਥੇ ਹੈ? ਮਾਇਆ ਦਾ ਹੌਸਲਾ ਏਡਾ ਬੁਲੰਦ ਹੋ ਗਿਆ, ਭਾਈ ਮਰਦਾਨਾ ਜੀ ਨੂੰ ਭੁੱਖ ਦੁੱਖ ਸਭ ਕੁਝ ਭੁੱਲ ਗਿਆ। ਜਿਹੜਾ ਕਹਿੰਦਾ ਸੀ ਪਾਤਸ਼ਾਹ 1 ਕਦਮ ਨਹੀਂ ਮੈਂ ਤੁਰ ਸਕਦਾ, ਹੁਣ ਉਹ 3ਜਾ ਗੇੜਾ ਲਾ ਰਹੇ ਆ। ਸੱਚੀ ਮਾਇਆ ਇੱਕ ਕਰਾਮਾਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਵੇਖ ਕੇ ਮੁਸਕਰਾ ਪਏ, ਕਹਿੰਦੇ, ਹਾਂ ਭਾਈ ਮਰਦਾਨਿਆ ਕੀ ਕਹਿੰਦਾ ਜੌਹਰੀ? ਕਹਿੰਦਾ, ਗਰੀਬ ਨਵਾਜ਼, ਉਹਨੇ ਤੇ ਆਪਣੇ ਪੱਲੇ ਤੋਂ ਕੁਝ ਨਹੀਂ ਦਿੱਤਾ, ਉਹਨੂੰ ਘਾਟਾ ਕੋਈ ਨਹੀਂ ਪਿਆ।
ਉਹ ਕਹਿੰਦਾ ਇਸ ਲਾਲ ਦਾ ਮੁੱਲ ਹੀ ਇੰਨਾ ਏ ਜੋ ਮੈਂ ਦੇਖ ਕੇ ਦਿੱਤਾ ਏ। ਇਹ ਧਨ ਦੀਨੋ ਤਿਨ ਮਿਜਮਾਨੀ ਕੀਮਤ ਅਵਰ ਦੇਨ ਨਿਜ ਮਾਨੀ। ਸਾਹਿਬ ਜੀ ਇਹ ਤੇ ਉਹਨੇ ਮਜ਼ਮਾਨੀ ਦਿੱਤੀ ਹੈ, ਪ੍ਰਾਹੁਣਚਾਰੀ ਦਿੱਤੀ ਹੈ। ਉਹ ਕਹਿੰਦਾ ਇਹ ਤੇ ਮਹਿੰਗਾ ਬਹੁਤ ਹੈ, ਜਿੰਨਾ ਮੁੱਲ ਮੰਗੋਗੇ ਓਨਾ ਦਿਆਂਗਾ। ਕਿੱਡੀ ਖੁਸ਼ੀ ਹੈ ਵੀ ਆਪਾਂ ਆਪਣੀ ਵਸਤੂ ਵੇਚੀ ਵੀ ਨਹੀਂ, ਆਪਾਂ ਨੂੰ ਪ੍ਰੋਫਿਟ ਪਹਿਲਾਂ ਹੀ ਹੋ ਗਿਆ, ਹਜੇ ਫੇਰ ਪਿਆ ਵੀ 10 ਗੁਣਾ 20 ਗੁਣਾ 1000 ਗੁਣਾ ਵੱਧ ਵਿਕ ਜੂਗਾ। ਗੁਰੂ ਸਾਹਿਬ ਕਹਿੰਦੇ ਮਰਦਾਨਿਆਂ ਫਿਰ ਤੇ ਬਹੁਤ ਵਧੀਆ ਗੱਲ ਹੈ ਭਾਈ, ਬੜਾ ਚੰਗਾ ਹੋਇਆ। ਕਹਿੰਦਾ ਮਹਾਰਾਜ ਉਹਨੇ ਤੇ ਪ੍ਰਾਹੁਣਚਾਰੀ ਦਿੱਤੀ ਆਪਾਂ ਨੂੰ, ਹੋਰ ਕੁਛ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨਾ ਜੀ ਵੱਲ ਵੇਖ ਰਹੇ ਨੇ। ਬੇਨਤੀ ਹੈ, ਭਾਈ ਮਰਦਾਨਾ ਇੱਕ ਬ੍ਰਹਮ ਗਿਆਨੀ ਸਿੱਖ ਹੈ, ਨਾ ਉਹ ਲਾਲਚੀ ਹੈ, ਨਾ ਉਹ ਸਵਾਰਥੀ ਹੈ, ਨਾ ਕੋਈ ਆਮ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕੁੱਲ ਕਾਇਨਾਤ ਨੂੰ ਸਮਝਾਉਣ ਦੇ ਵਾਸਤੇ ਇਹ ਆਪ ਹੀ ਚੋਜ ਵਰਤਾਉਂਦੇ ਨੇ। ਗੁਰੂ ਕਹੈ ਵਿਚੋ ਕੇ ਨਾਹੀ ਲਾਲ ਬਕੀਮਤ ਲੱਖ ਮਨ ਮਾਹੀ। ਸਤਿਗੁਰ ਬੜੇ ਪਿਆਰ ਚ ਕਹਿੰਦੇ ਮਰਦਾਨਿਆਂ ਇਹ ਲਾਲ ਬੜਾ ਬੇਸ਼ਕੀਮਤੀ ਹੈ, ਦੱਸ ਤੂੰ ਇਹ ਵੇਚਣਾ ਜਾਂ ਰੱਖਣਾ? ਪਰਖ ਦਿਆ, ਕਿਉਂਕਿ ਜਦੋਂ ਆਪਾਂ ਨੂੰ ਬਿਨਾਂ ਵੇਚੀਆਂ ਹੀ 100 ਮਿਲ ਗਿਆ, ਵੇਚਣ ਦੀ ਲੋੜ ਕੀ ਹੈ? ਜਿਸ ਚੀਜ਼ ਨੂੰ ਵਿਖਾਇਆ ਹੀ ਪੈਸੇ ਮਿਲ ਜਾਣ, ਉਹ ਤੇ ਜਾਦੂ ਦੀ ਛੜੀ ਹੋ ਗਈ ਨਾ, ਫਿਰ ਵੇਚਣ ਦੀ ਲੋੜ ਕੀ ਹੈ? ਮਰਦ ਕਹਿੰਦੇ ਮਰਦਾਨਿਆਂ ਹੁਣ ਦੱਸ ਤੇਰਾ ਮਨ ਕੀ ਕਹਿੰਦਾ, ਤੇਰਾ ਖਿਆਲ ਕੀ ਕਹਿੰਦਾ ਏ? ਇਸ ਬੇਸ਼ਕੀਮਤੀ ਲਾਲ ਨੂੰ ਤੂੰ ਵੇਚਣਾ ਚਾਹੁੰਦਾ ਜਾਂ ਕੋਲ ਰੱਖਣਾ? ਪਰਖ ਦਿਆ ਮਰਜ। ਹੁਣ ਭਾਈ ਮਰਦਾਨਾ ਜੀ ਦੇ ਚਿਹਰੇ ਤੇ ਸਮਾਈਲ ਹੈ, ਖੁਸ਼ੀ ਹੈ, ਚਾਹ ਬੜਾ ਹੈ। ਮੈਂ ਕਹਿੰਦਾ ਜੀ ਨਾ ਭੁੱਖ ਨੇੜੇ ਹੈ, ਨਾ ਦੁੱਖ ਨੇੜੇ ਹੈ, ਨਾ ਪਿਆਸ ਨੇੜੇ ਹੈ, ਉੱਤੇ ਮੁੱਕ ਗਿਆ। ਕੱਲ ਦੇ ਦੀਵਾਨਾ ਚਾਪ ਜੀ ਨੇ ਸਰਵਣ ਕੀਤਾ ਨਾ ਵੀ ਮਾਇਆ ਦਾ ਨਸ਼ਾ ਕਿੰਨਾ ਬੜਾ ਹੈ। ਭੁੱਖੇ ਬੰਦੇ ਦੀ ਭੁੱਖ ਹਟਾ ਦਿੰਦਾ ਹੈ, ਸੁੱਤੇ ਬੰਦੇ ਦੀ ਨੀਂਦ ਚੁਰਾ ਲੈਂਦਾ ਹੈ। ਜੇਬ ਵਿੱਚ ਹੋਵੇ ਮਾਇਆ, ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਮਾਇਆ ਕਰਕੇ ਬੰਦਾ ਬਾਜ਼ਾਰ ਘੁੰਮਦਾ, ਦੁਨੀਆ ਘੁੰਮਦਾ, ਮਾਇਆ ਕਰਕੇ ਵੱਡੀਆਂ ਵੱਡੀਆਂ ਗੱਲਾਂ ਕਰਦਾ। ਦੀਨ ਦੁਨੀਆ ਦੇ ਮਾਲਕ ਸਤਿਗੁਰ ਕਹਿੰਦੇ ਵੇਖ ਮਰਦਾਨਿਆ ਇਹ ਤੇਰੀ ਮਰਜ਼ੀ ਹੈ, ਇਹ ਤੇਰਾ ਫੈਸਲਾ ਏ, ਇਹਨੂੰ ਰੱਖਣਾ ਹੈ ਜਾਂ ਤੂੰ ਵੇਚਣਾ ਏ। ਕਿਆ ਜਾਨੋ ਮੈਂ ਕੈ ਮਰਦਾਨਾ ਕਰੋ ਆਪ ਜਿਉ ਸ਼ੁਭ ਮਨ ਮਾਨਾ। ਥੋੜਾ ਜਿਹਾ ਸਮਾਂ ਸੋਚ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ ਕਿਉਂਕਿ ਜੀ ਨਹੀਂ ਕਰਦਾ ਵੇਚਣ ਨੂੰ। ਜਿਸ ਚੀਜ਼ ਦਾ ਮੁੱਲ ਵੇਖਣ ਦਾ ਹੀ 100 ਹੈ, ਜੇ ਉਹ ਵੇਚਾਂਗੇ ਤੇ ਕਿੰਨੇ ਚ ਜਾਊ? ਸੋਚ ਸੋਚ ਕੇ ਬੰਦਾ ਖਿਆਲ ਕਰਦਾ ਨਾ। ਕਿਸੇ ਨੇ ਮਹਿੰਗੀ ਗੱਡੀ ਲਈ ਹੈ, ਮਹਿੰਗੀ ਚੀਜ਼ ਲਈ ਹੈ, ਵੇਚਦੇ ਤਾਂ ਹੁੰਦੇ ਨਹੀਂ ਆਪਾਂ। ਵੈਸੇ ਪੁੱਛਦੇ ਆ ਤੇਰੇ ਹਿਸਾਬ ਨਾਲ ਘੜੀ ਕਿੰਨੇ ਦੀ ਹੋਊ, ਆ ਮੋਬਾਈਲ ਕਿੰਨੇ ਦਾ ਹੋਊ, ਅੱਜ ਕੀ ਪ੍ਰਾਈਸ ਹੋਏਗਾ, ਆ ਗੱਡੀ ਕਿੰਨੇ ਦੀ ਹੋਊ? ਉਹ ਕੀ ਹੈ? ਸਿਰਫ ਇੱਕ ਸਵਾਰਥੀ ਆਨੰਦ ਹੁੰਦਾ। ਕੋਈ ਆਖੇ ਤੇਰੇ ਕੋਲ ਚੀਜ਼ ਬੜੀ ਮਹਿੰਗੀ, ਤੇਰਾ ਫੋਨ ਮਹਿੰਗਾ, ਤੇਰੀ ਗੱਡੀ ਮਹਿੰਗੀ, ਤੇਰੀ ਘੜੀ ਮਹਿੰਗੀ, ਸੁਣ ਕੇ ਆਨੰਦ ਜਾਉਂਦਾ ਨਾ, ਉਹ ਸਰੂਰ ਹੁੰਦਾ ਮਾਇਆ। ਭਾਈ ਮਰਦਾਨਾ ਜੀ ਕਹਿੰਦੇ ਮਰਦ ਜਿਵੇਂ ਤੁਸੀਂ ਕਹੋਗੇ ਆਪਾਂ ਉਵੇਂ ਕਰ ਲਾ। ਕਿਉਂਕਿ ਹੁਣ ਜੇਬ 'ਚ ਮਾਇਆ ਆ ਗਈ, ਰੁਪਈਆ 100 ਮਿਲ ਗਿਆ, ਵੇਚਣ ਬਾਰੇ ਸੋਚਣਾ ਨਹੀਂ। ਕਿਉਂਕਿ ਹੁਣ ਤੇ ਸੋਚ ਆ ਵੀ 100 ਵਿੱਚ ਕੀ ਕੀ ਖਾਵਾਂਗੇ, ਖਿਆਲ ਉਧਰ ਹੈ। ਪਾਤਸ਼ਾਹ ਜਿਵੇਂ ਤੁਸੀਂ ਕਹੋਗੇ ਉਵੇਂ ਠੀਕ ਹੈ, ਵੇਚਣਾ ਹੋਏਗਾ ਵੇਚ ਦਿਆਂਗੇ, ਜੇ ਆਪ ਜੀ ਕਹੋਗੇ ਨਹੀਂ ਵੇਚਣਾ ਆਪਾਂ ਨਹੀਂ ਵੇਚਦੇ, ਇਹ ਤੁਹਾਡੀ ਰਜ਼ਾ ਹੈ। ਤੋਹਰਾ ਸ੍ਰੀ ਗੁਰ ਕਹੈ ਨ ਲਾਲ ਇਹ ਲਖਿਓ ਨਾਮ ਕਰਤਾਰ। ਗੁਰੂ ਬਾਬਾ ਜੀ ਕਹਿੰਦੇ ਮਰਦਾਨਿਆਂ ਇਹਨੂੰ ਲਾਲ ਨਾ ਸਮਝੀ, ਪੱਥਰ ਨਾ ਸਮਝੀ, ਇਹ ਤੇ ਲਾਲ ਪਰਮਾਤਮਾ ਦਾ ਨਾਮ ਹੈ। ਆਖੋ ਸਤਨਾਮ, ਇਹ ਨਾਮ ਹੈ ਪਰਮੇਸ਼ਰ ਦਾ। ਕਿੱਡੀ ਵੱਡੀ ਕਸਵੱਡੀ ਗੁਰੂ ਪਾਤਸ਼ਾਹ ਘੁਮਾ ਰਹੇ ਆ। ਭਾਈ ਮਰਦਾਨਾ ਸੋਚਦਾ ਜਿਹਨੂੰ ਵਿਖਾਇਆ 100 ਮਿਲ ਗਿਆ, ਵੇਚਾਂਗੇ ਕਿੰਨੇ ਅਮੀਰ ਹੋ ਜਾਾਂਗੇ। ਕਿਉਂਕਿ ਇਸ ਟਾਈਮ ਮਰਦ ਨੇ ਮਾਇਆ ਦਾ ਪਸਾਰਾ ਪਾਇਆ ਹੋਇਆ, ਭੁੱਖ ਲਾਈ ਹੋਈ ਉਹਨਾਂ ਨੂੰ, ਕਿਸੇ ਦਾ ਉਧਾਰ ਕਰਨਾ ਹੈ। ਗੁਰੂ ਬਾਬਾ ਜੀ ਕਹਿੰਦੇ ਮਰਦਾਨਿਆਂ ਮਰਜ਼ੀ ਤੇਰੀ ਹੈ ਭਾਈ, ਇਹ ਪਰਮੇਸ਼ਰ ਦਾ ਨਾਮ ਹੈ, ਲਾਲ ਦੇ ਰੂਪ ਵਿੱਚ ਅਸੀਂ ਤੈਨੂੰ ਬਖਸ਼ਿਆ ਏ। ਚਾਹੋ ਰਾਖੋ ਪਾਸ ਨਿਜ
ਚਾਹੋ ਕਰ ਵਿਵਹਾਰ। ਇਹ ਤੇਰੀ ਮੌਜ ਹੈ, ਭਾਵੇਂ ਇਹਦਾ ਵਿਵਹਾਰ ਕਰ, ਵਪਾਰ ਕਰ, ਭਾਵੇਂ ਕੋਲੇ ਰੱਖ ਲੈ, ਮਰਜ਼ੀ ਦਾ ਮਾਲਕ ਤੂੰ ਹੈ, ਕਿਉਂਕਿ ਵਸਤੂ ਤੇਰੀ ਹੈ। ਗੁਰੂ ਬਾਬਾ ਜੀ ਨੇ ਤੇ ਇੱਕ ਵਾਰ ਲਾਲ ਉਹਨੂੰ ਸੌਂਪ ਦਿੱਤਾ, ਮੁੜ ਕੇ ਥੋੜਾ ਕਿਹਾ ਵੀ ਸਾਡਾ ਹੈ। ਜੋ ਚੀਜ਼ ਦੇ ਦਿੱਤੀ ਹੈ, ਸੌਂਪ ਦਿੱਤੀ ਹੈ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ। ਜੋ ਤੇਰਾ ਤੈਨੂੰ ਸੌਂਪ ਦਿੱਤਾ, ਫਿਰ ਮੇਰਾ ਕੀ ਹੈ। ਪਰ ਸਾਡੀ ਬਿਰਤੀ ਹੋਰ ਤਰ੍ਹਾਂ ਦੀ ਹੈ। ਕਿਤੇ ਗੁਰੂ ਘਰ ਰੁਮਾਲਾ ਸਾਹਿਬ ਦੀ ਸੇਵਾ ਕੀਤੀ, ਸਾਡਾ ਰੁਮਾਲਾ। ਨਿਸ਼ਾਨ ਸਾਹਿਬ ਦੀ ਸੇਵਾ ਕੀਤੀ, ਸਾਡਾ ਨਿਸ਼ਾਨ ਸਾਹਿਬ। ਸਾਡਾ ਪੱਖਾ, ਸਾਡੇ ਭਾਂਡੇ। ਮਾਣ ਕਿਤੇ ਨਾ ਕਿਤੇ ਤੁਰਿਆ ਫਿਰਦਾ ਨਾ ਵੀ ਸਾਡਾ ਹੀ ਹੈ, ਪਰ ਜੋ ਸੌਂਪ ਦਿੱਤਾ ਉਹ ਸਾਡਾ ਨਹੀਂ ਹੈ, ਉਹ ਤੇਰਾ ਹੈ। ਗੁਰੂ ਬਾਬਾ ਜੀ ਸੌਂਪਣ ਵਾਲੇ ਆ। ਕਹਿੰਦੇ ਮਰਦਾਨਿਆ, ਮੌਜ ਤੇਰੀ ਹੈ ਭਾਈ, ਮਰਜ਼ੀ ਦਾ ਮਾਲਕ ਤੂੰ ਹੈ, ਪਰ ਇਹ ਕੀਮਤੀ ਹੈ, ਪਰਮੇਸ਼ਰ ਦਾ ਨਾਮ ਹੈ, ਸਮਝ ਲੈ। ਵੇਚਣਾ ਜਾਂ ਰੱਖਣਾ ਇਹ ਤੇਰਾ ਫੈਸਲਾ ਏ। ਚੌਪਈ ਸ੍ਰੀ ਪ੍ਰਭ ਜੀ ਮੈਂ ਵੇਚਤ ਨਾਹੀ, ਜੋ ਸੁਖ ਦਾ ਜੁਗ ਲੋਕਨ ਮਾਹੀ। ਹੁਣ ਇਹ ਮਰਦ ਦਾ ਚੋਜ ਸੀ। ਗੁਰੂ ਸਾਹਿਬ ਕਹਿੰਦੇ ਵੇਖ ਕੀ ਕਰਦਾ ਹੈ। ਕਹਿੰਦਾ ਮਹਾਰਾਜ, ਜਿਹੜੀ ਚੀਜ਼ ਸੁਖਦਾਈ ਹੋਵੇ ਉਹ ਵੇਚਣੀ ਕਿਉਂ। ਸਾਡੇ ਕੋਲ ਕੋਈ ਚੀਜ਼ ਸੁਖਦਾਈ ਹੈ, ਸਾਨੂੰ ਉਹਦਾ ਫਾਇਦਾ ਬੈਨੀਫਿਟ ਹੈ, ਗਵਾਈਏ ਕਿਉਂ, ਛੱਡੀਏ ਕਿਉਂ, ਸੁੱਟੀਏ ਕਿਉਂ, ਵੇਚੀਏ ਕਿਉਂ। ਆਪਾਂ ਕੁਝ ਵੀ ਖਰੀਦਦੇ ਆ, ਉਹ ਭਾਵੇਂ ਸੰਸਾਰ ਦਾ ਪਦਾਰਥ ਹੈ ਕੋਈ, ਆਪਾਂ ਆਪਣੇ ਫਾਇਦੇ ਲਈ, ਆਪਣੇ ਬੈਨੀਫਿਟ ਲਈ, ਆਪਣੇ ਲਾਭ ਲਈ ਲਈ, ਭਾਵੇਂ ਉਹ ਸਾਧਨ ਹੈ, ਗੱਡੀ ਹੈ, ਕੱਪੜੇ ਹੈ, ਕੁਝ ਵੀ ਹੋਵੇ, ਆਪਣੇ ਲਈ ਦਾ। ਤੇ ਜੇ ਚੀਜ਼ ਸਾਨੂੰ ਪਸੰਦ ਆ, ਅਸੀਂ ਕਿਸੇ ਨੂੰ ਕਿਉਂ ਦਈਏ, ਕਿਉਂ ਵੇਚੀਏ। ਵੇਚਿਆ ਉਹ ਜਾਂਦਾ ਜੀ ਤੋਂ ਮਨ ਭਰਜੇ, ਛੱਡਿਆ ਉਹ ਜਾਂਦਾ ਜੋ ਚੰਗਾ ਨਾ ਲੱਗੇ। ਭਾਈ ਮਰਦਾਨਾ ਜੀ ਕਹਿੰਦੇ ਮਰਦ ਮੈਂ ਕਿਉਂ ਛੱਡਣਾ, ਮੈਂ ਕਿਉਂ ਵੇਚਣਾ ਹੈ, ਜੇ ਇੰਨਾ ਕੀਮਤੀ ਹੈ, ਮੇਰੇ ਇੱਥੇ ਵੀ ਕੰਮ ਆਊ, ਪਰਲੋਕ ਵਿੱਚ ਵੀ। ਲਾਲ ਦੇ ਸੰਦਰਭ ਵਿੱਚ ਸਤਿਗੁਰ ਜੀ ਨਾਮ ਦੀ ਗੱਲ ਕਰਦੇ ਆ। ਭਾਈ ਮਰਦਾਨਾ ਜੀ ਨੇ ਆਪਣੀ ਰਸਨਾ ਤੋਂ ਇਹ ਮੰਨ ਲਿਆ ਵੀ ਕੀਮਤੀ ਲਾਲ ਮੈਂ ਕਿਸੇ ਵੀ ਕੀਮਤੀ ਉੱਤੇ ਹੁਣ ਵੇਚਣਾ ਨਹੀਂ। ਵੇਚਤ ਨਹੀਂ ਜੇ ਮੋਰ ਹੋ ਦਮੂ, ਲੀਜੈ ਲਾਲ ਜਾਏ ਤਹਿ ਤਾਮੂ। ਗੁਰੂ ਬਾਬਾ ਜੀ ਫਿਰ ਹੱਸ ਕੇ ਕਹਿੰਦੇ ਮਰਦਾਨਿਆ, ਜਦੋਂ ਆਪਾਂ ਵੇਚਣਾ ਹੀ ਕੁਛ ਨਹੀਂ, ਪੈਸੇ ਕਾਹਦੇ ਇਕੱਠੇ ਕਰੀ ਫਿਰਦੇ। ਇਹ ਤੇ ਸੋਚਿਆ ਹੀ ਨਹੀਂ ਭਾਈ ਮਰਦਾਨਾ ਜੀ ਨੇ ਵੀ ਆ ਮਾਇਆ ਵਾਲੀ ਗੱਲ ਵੀ ਆਜੂ। ਉਹ ਇਸੇ ਗੱਲ ਤੇ ਕਹਿੰਦੇ ਸੀ, ਮਨ 'ਚ ਸੀ ਵੀ ਆਪਣੇ ਕੋਲ 100 ਆ ਗਏ, ਆਪਾਂ ਕਾਹਨੂੰ ਵੇਚਣਾ। ਮੰਨ ਲਓ ਸਾਡਾ ਮਕਾਨ ਕਿਰਾਏ ਤੇ ਚੜ੍ਹ ਗਿਆ, ਇੰਨੇ ਤੇ ਸਾਨੂੰ ਵੇਚ ਕੇ ਨਾ ਮਿਲਦੇ ਜਿੰਨਾ ਬੰਦਾ ਖੁਸ਼ ਹੋ ਕੇ ਦੇ ਗਿਆ, ਕਹਿੰਦਾ 20 ਲੱਖ ਰੱਖ, ਕਦੇ ਕਦੇ ਤੇਰੇ ਕੋਲ ਆ ਜਾਇਆ ਕਰਾਂਗੇ, ਅਸੀਂ ਤੇ ਫੋਰਨਰ ਹਾਂ, ਫਿਰ ਕਿਉਂ ਵੇਚਣਾ। ਗੁਰੂ ਸਾਹਿਬ ਕਹਿੰਦੇ ਮਰਦਾਨਿਆ, ਜਦੋਂ ਅਸੀਂ ਚੀਜ਼ ਵੇਚਣੀ ਨਹੀਂ, ਸਾਡਾ ਲੈਣ ਦੇਣ ਹੀ ਕੋਈ ਨਹੀਂ, ਤੇ ਫਿਰ ਅਸੀਂ ਕਿਸੇ ਦੀ ਮਾਇਆ ਕਿਉਂ ਰੱਖੀਏ। ਪਰਾਈ ਵਸਤੂ ਆਪਣੇ ਕੋਲ ਕਿਉਂ ਰੱਖਣੀ, ਦਿੱਤੇ ਹੀ ਸੁਖ ਹੋਏ। ਪਰਾਈ ਅਮਾਨ ਕਿਉਂ ਰੱਖੀ ਹੈ। ਬਾਣੀ ਕਹਿੰਦੀ ਪਰਾਈ ਅਮਾਨਤ ਕਦੇ ਨਾ ਰੱਖੋ, ਦੇ ਕੇ ਹੀ ਸੁਖ ਮਿਲਣਾ ਹੈ। ਭਾਈ ਮਰਦਾਨਾ ਜੀ ਸੁਣ ਕੇ ਸੁਣ ਜੇ ਹੋ ਗਏ ਵੀ ਲਾਲ ਆਪਣੇ ਕੋਲ ਰਹਿ ਜੂ, ਇਹ ਤੇ ਪੱਥਰ ਹੀ ਆ, ਫਿਰ ਇਹ ਤੇ 100 ਰੁਪਏ ਕਰਕੇ ਲੱਗਦਾ ਸੀ, ਬਹੁਤ ਕੀਮਤੀ ਹੈ। ਮਰਦ ਕਹਿੰਦੇ ਜਾ ਫਿਰ ਮੋੜ ਕੇ ਆ ਪੈਸੇ। ਜਿਹਦੇ ਕੋਲ 100 ਰੁਪਇਆ ਦਾਮ ਫੜ ਕੇ ਲੈ ਕੇ ਆਇਆ ਨਾ, ਉਹਦੀ ਮਾਇਆ, ਉਹਦੀ ਭੇਟਾ ਦਰਸ਼ਨੀ, ਉਹਨੂੰ ਵਾਪਸ ਕਰ ਦਿਓ। ਸੁਣ ਕੇ ਪੁੰਨ ਫੁਰ ਫੇਰਨ ਗਇਓ, ਸਭ ਹੀ ਦਰਬ ਸ਼ਾਕੋ ਦਿਓ। ਬਿਨਾਂ ਸੋਚੇ ਸਮਝੇ ਫੈਸਲਾ ਲਿਆ ਸੀ, ਕੀਮਤ ਸੁਣ ਕੇ ਕਹਿ ਦਿੱਤਾ ਮਰਜ ਮੈਂ ਰੱਖੂੰਗਾ, ਪਰ ਹੁਣ ਅੰਦਰ ਪਛਤਾਵਾ ਜਾ ਹੋ ਗਿਆ ਵੀ ਜੇ 100 ਮੋੜ ਤਾਂ ਫਿਰ ਖਾਵਾਂਗੇ ਕੀ। ਆਖੋ ਸਤਨਾਮ। ਆਪਣੇ ਕੋਲ ਤੇ ਲਾਲ ਹੀ ਰਹਿ ਗਿਆ, ਲਾਲਕਾ ਦਾ ਪੱਥਰ ਹੀ ਆ ਫਿਰ ਤੇ, ਇਹਦਾ ਕੀ ਕਰਨਾ ਆਪਾਂ ਨੇ। ਪਰ ਮਰਦ ਕਹਿੰਦੇ ਮਰਦਾਨਿਆ, ਤੇਰਾ ਬਚਨਾ ਵੀ ਮੈਂ ਵੇਚਣਾ ਨਹੀਂ, ਜਦੋਂ ਅਸੀਂ ਵੇਚਣਾ ਨਹੀਂ ਫਿਰ ਸਾਈ ਮੋੜੋ, ਫੜੀ ਕਿਉਂ ਹੋਈ ਹੈ। ਰੱਖ ਕੇ ਦਿਲ ਤੇ ਪੱਥਰ ਜਾ ਭਾਈ ਮਰਦਾਨਾ ਜੀ ਚੱਲ ਪਿਓ ਉਸ ਪਾਸੇ। ਕਹਿੰਦੇ ਮਨਾ ਮੇਰਿਆ, ਜਿੱਥੇ ਪਹਿਲਾਂ ਖੜਾ ਸੀ ਨਾ, 4 ਗੇੜੇ ਲਾ ਕੇ ਵੀ ਉੱਥੇ ਹੀ। ਆਖੋ ਸਤਨਾਮ। ਚੌਥਾ ਗੇੜਾ ਇਹ ਕਸਵੱਟੀ ਵੇਖੋ ਕਿੱਡੀ ਮਰਜ ਨੇ ਲਾਈ। ਬਸੰਬਰਪੁਰ ਕਿਹਨੂੰ ਕਹਿੰਦੇ ਆ, ਅੱਜ ਕੱਲ ਪਟਨਾ ਸਾਹਿਬ ਦੀ ਪਾਵਨ ਧਰਤੀ। ਚੌਥੇ ਗੇੜੇ 'ਚ ਭਾਈ ਮਰਦਾਨਾ ਜੀ ਚੱਲ ਕੇ ਸਾਲਸਰਾਏ ਜੌਹਰੀ ਦੀ ਹਵੇਲੀ 'ਚ ਆ ਗਏ। ਇੱਥੇ ਇਹਨਾਂ ਦਾ ਤੀਜਾ ਗੇੜਾ ਹੈ ਸਾਲਸਰਾਏ ਕੋਲੇ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਚੇਤੇ ਆ ਵੀ ਸਤਿਗੁਰ ਕਹਿੰਦੇ ਆਪਾਂ ਵੇਚਣਾ ਹੀ ਨਹੀਂ ਤੇ ਮੁੱਲ ਮੋੜੋ। ਆ ਕੇ ਉਹਦੀ ਹੱਟ ਤੇ ਬਹਿ ਗਏ ਜੋ ਉਹਦੇ ਘਰ 'ਚ ਬਣੀ ਹੋਈ ਹੈ, ਮੁੱਖ ਦਰਵਾਜ਼ੇ 'ਚ।
ਸਾਲਸਰਾਏ ਜੌਹਰੀ ਨੂੰ ਲੱਗਿਆ ਵੀ ਸ਼ਾਇਦ ਵੇਚਣ ਆਇਆ ਹੈ। ਉਹਨੇ ਦੱਸਤਾ ਸੀ ਦਾ ਮੁੱਲ 100 ਰੁਪਈਆ ਦੇਖਣ ਦਾ ਏ, ਬਾਕੀ ਆਪਾਂ ਪਰਖ ਕੇ ਵੇਖਾਂਗੇ ਇਹਦੀ ਕਦਰ ਕਿੰਨੀ ਪੈਂਦੀ ਹੈ, ਇਹ ਲਾਲ ਕਿੰਨਾ ਕੁ ਕੀਮਤੀ। ਚੁੱਪ ਚਪੀਤੇ ਭਾਈ ਮਰਦਾਨਾ ਜੀ ਕੋਲ ਬੈਠੇ, ਮਾਇਆ ਦੀ ਥੈਲੀ ਜਿਹ 'ਚ 100 ਸਿੱਕੇ ਨੇ ਰਜਤਪਣ ਉਸ ਵੇਲੇ ਦੇ, ਉਸ ਟੇਬਲ ਤੇ ਰੱਖੇ ਹਨ। ਲਾਲ ਹਮਾਰਾ ਫਿਰ ਹੋ ਸੋ ਵੇਚਤ ਨਹਿ ਇਹ ਖਾਮੰਦ ਜੋ। ਤੇ ਭਾਈ ਮਰਦਾਨਾ ਜੀ 100 ਰੁਪਈਆ ਰੱਖ ਕੇ ਆਖਣ ਲੱਗੇ, ਆ ਚੱਕੋ ਆਪਣੀ ਮਾਇਆ, ਸਾਡਾ ਲਾਲ ਮੋੜੋ। ਹੈ ਤੇ ਭਾਵੇਂ ਕੋਲ ਹੀ ਹੈ, ਮਤਲਬ ਬਚਨਾਂ ਦੇ ਵਿੱਚ ਜੋ ਬਚਨ ਕੀਤਾ ਸੀ ਵੀ ਵੇਚਾਂਗੇ। ਕਹਿੰਦੇ ਮੇਰੇ ਖਾਵੰਦ, ਮੇਰੇ ਮਾਲਕ, ਮੇਰੇ ਸੱਜਣ ਉਹ ਵੇਚਣਾ ਨਹੀਂ ਮੰਨਦੇ। ਉਹ ਕਹਿੰਦੇ ਅਸੀਂ ਇਹਨੂੰ ਅਜੇ ਨਹੀਂ ਵੇਚਣਾ, ਇਹ ਤੇ ਹੁਣ ਸਾਡੀ ਮਰਜ਼ੀ, ਅਸੀਂ ਕਦੋਂ ਵੇਚਣਾ, ਕਿੱਥੇ ਵੇਚਣਾ, ਕਿਵੇਂ ਵੇਚਣਾ, ਕਿਉਂ ਨਹੀਂ ਵੇਚਣਾ। ਦੁਕਾਨਦਾਰ ਨੂੰ ਸਫਾਈ ਦੇਣ ਦੀ ਕੀ ਲੋੜ ਹੈ, ਸਿੱਧਾ ਹੀ ਕਹਿਤਾ। ਮੇਰੇ ਮਾਲਕ ਵੇਚਣ ਵਾਸਤੇ ਮੰਨਦੇ ਨਹੀਂ, ਅਸੀਂ ਇਹਨੂੰ ਹੁਣ ਵੇਚਣਾ ਨਹੀਂ। ਕਹਿਤ ਸ਼ਾਹ ਸਭ ਧਨ ਪੀ ਲੀਜੈ ਲਾਲ ਲਿਹੋ ਜਿਉ ਮਨ ਤਿਉ ਕੀਜੈ। ਜਦੋਂ ਜੌਹਰੀ ਸਾਲਸਰਾਏ ਨੇ ਸੁਣਿਆ, ਬੜੇ ਪਿਆਰ ਵਿੱਚ ਨਿਮਰਤਾ 'ਚ ਹੱਥ ਜੋੜ ਕੇ ਆਖਣ ਲੱਗੇ, ਕਹਿੰਦੇ ਸਤ ਬਚਨ ਕੋਈ ਗੱਲ ਨਹੀਂ, ਨਹੀਂ ਵੇਚਣਾ ਤੁਹਾਡੀ ਮੌਜ, ਪਰ ਮੈਂ ਇੱਕ ਬੇਨਤੀ ਕਰਾਂ ਵੀ ਲਾਲ ਵੀ ਆਪਣਾ ਲੈ ਜਾਓ, ਰੁਪਈਆ 100 ਵੀ ਲੈ ਜਾਓ। ਆਖੋ ਸਤਨਾਮ। ਉਦੋਂ ਰੁਪਈਏ ਨਹੀਂ ਸੀ ਹੁੰਦੇ, ਉਦੋਂ ਹੁੰਦੇ ਸੀ ਰਜਤਪਣ। ਚਲੋ ਅੱਜ ਦੀ ਬੋਲੀ 'ਚ ਰੁਪਈਏ ਕਹਿ ਲਓ ਸੌਖਾ ਸਮਝਣ ਵਾਸਤੇ, ਵੀ ਤੂੰ 100 ਇਹ ਵੀ ਲੈ ਜਾ, ਲਾਲ ਵੀ ਲੈ ਜਾ। ਪਰ ਉਹਨੇ ਦੁਕਾਨਦਾਰਾਂ ਵਾਲਾ ਤੇ ਕੰਮ ਹੀ ਨਹੀਂ ਕੀਤਾ। ਕਿਸੇ ਦੁਕਾਨਦਾਰ ਕੋਲ ਜਾਓ ਚੀਜ਼ ਲੈਣ, ਹੱਥ ਜੋੜ ਜੋੜ ਕੇ ਜੀ ਜੀ ਕਹਿ ਕੇ ਬੁਲਾਉਂਦਾ, ਮੋੜਨ ਚਲੇ ਜਾਇਓ ਇੱਕ ਦਿਨ ਵੀ ਅਸੀਂ ਨਹੀਂ ਲੈਣੀ, ਪੈਸੇ ਮੋੜ। ਮੈਂ ਕਹਿੰਦਾ ਉਹ ਬੰਦਾ ਇਦਾਂ ਹੁੰਦਾ ਜਿਵੇਂ ਕਿਸੇ ਦੇ ਭੋਗ ਤੋਂ ਆਇਆ ਹੁੰਦਾ, ਬੋਲਦਾ ਹੀ ਨਹੀਂ ਰੱਜ ਨਾਲ। ਉਹਨੂੰ ਪਤਾ ਹੈ ਵੀ ਵਾਪਸ ਕਰਨ ਆਇਆ, ਪੈਸੇ ਲੈ ਕੇ ਜਾਊਗਾ, ਸਿੱਧੇ ਮੂੰਹ ਗੱਲ ਨਹੀਂ ਕਰੂਗਾ। ਪਰ ਸਾਲਸਰਾਏ ਜੌਹਰੀ ਇੱਕ ਧਰਮੀ ਇਨਸਾਨ ਹੈ, ਜੇ ਉਹ ਵੱਡਾ ਸ਼ਾਹੂਕਾਰ ਆ ਤੇ ਨਿਮਰਤਾ ਬਹੁਤ ਵੱਡੀ ਹੈ। ਕਹਿੰਦਾ ਸੱਜਣਾ ਤੂੰ ਲਾਲ ਵੀ ਆਪਣਾ ਵਾਪਸ ਲੈ ਜਾ ਤੇ ਰੁਪਈਆ 100 ਵੀ ਲੈ ਜਾ। ਪਰ ਭਾਈ ਮਰਦਾਨਾ ਜੀ ਨੂੰ ਇਹ ਗੱਲ ਜਚੀ ਨਾ, ਕਿਉਂਕਿ ਗੁਰੂ ਬਾਬਾ ਜੀ ਨੇ ਕਿਹਾ ਮਰਦਾਨਿਆ ਅਸੀਂ ਕਿਸੇ ਦੀ ਵਸਤੂ ਪਰਾਈ ਨਹੀਂ ਰੱਖਣੀ। ਜਦੋਂ ਅਸੀਂ ਕੁਝ ਵੇਚਿਆ ਨਹੀਂ, ਕਿਸੇ ਨੂੰ ਕੁਝ ਦਿੱਤਾ ਨਹੀਂ, ਕਿਸੇ ਦੀ ਮਾਇਆ ਕਿਉਂ ਰੱਖੀਏ। ਦੋਨੋਂ ਵਸਤ ਲਈ ਹਰ ਖਾਵਾ ਨਗਰ ਵਹਿਰ ਮਰਦਾਨਾ ਆਵਾ। ਭਾਈ ਮਰਦਾਨਾ ਜੀ ਨੇ ਉਸੇ ਵੇਲੇ ਨਮਸਕਾਰ ਕੀਤੀ, ਇੱਕ ਦੋ ਵਾਰ ਆਖਿਆ ਵੀ ਵਾਪਸ ਲੈ ਲਓ। ਕਹਿੰਦਾ ਨਹੀਂ, ਮੈਂ ਕਿਸੇ ਕਦਰ ਤੇ ਤੁਹਾਡੇ ਤੋਂ ਇਹ ਪੈਸੇ ਵਾਪਸ ਨਹੀਂ ਲੈਣੇ। ਆਪਣਾ ਲਾਲ ਲਿਆ ਤੇ ਮਾਇਆ ਲਈ ਭਾਈ ਮਰਦਾਨਾ ਜੀ ਪਹਿਲਾਂ ਨਾਲੋਂ ਵੀ ਵੱਧ ਖੁਸ਼। ਹੁਣ ਗੁਰੂ ਕਾ ਪਿਆਰਾ ਭਾਈ ਮਰਦਾਨਾ ਕੋਈ ਆਮ ਜਿਹਾ ਸੰਸਾਰੀ ਬੰਦਾ ਥੋੜੀ ਹੈ, ਕੋਈ ਸੰਸਾਰੀ ਵਿਅਕਤੀ ਥੋੜੀ ਹੈ। ਇਹ ਤੇ ਸੱਚੇ ਪਾਤਸ਼ਾਹ ਨੇ ਇੱਕ ਚੋਜ ਵਰਤਾਇਆ ਹੋਇਆ, ਇੱਕ ਮਾਇਆ ਦੀ ਖੇਡ ਵਰਤਾਈ ਹੋਈ ਹੈ, ਤਾਂ ਜੋ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਸਮਝ ਆ ਜੇ ਵੀ ਮਾਇਆ ਕੈਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਮਾਇਆ ਐਸੀ ਮੋਹਣੀ ਹੈ, ਇਹ ਤੇ ਜਿਹਨੂੰ ਮੋਹ ਲਵੇ ਵੱਡਿਆਂ ਵੱਡਿਆਂ ਨੂੰ ਬਖਸ਼ਦੀ ਨਹੀਂ। ਪਰ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਗਈ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਉਹਨਾਂ ਦੀ ਤੇ ਚਾਕਰੀ ਕਰਦੀ ਹੈ, ਸੇਵਾ ਕਰਦੀ ਹੈ। ਭਾਈ ਮਰਦਾਨਾ ਜੀ ਮਾਇਆ ਲੈ ਕੇ, ਲਾਲ ਲੈ ਕੇ, ਜਿੱਥੇ ਗੁਰੂ ਬਾਬਾ ਜੀ ਬੈਠੇ ਸੀ ਰੁੱਖ ਦੀ ਛਾਵੇਂ, ਉਸ ਥਾਂ ਤੇ ਆਣ ਬਰਾਜੇ। ਸ੍ਰੀ ਪ੍ਰਭ ਜੀ ਧਨ ਵੀ ਪੁੰਨ ਲਾਲਾ ਮੁਝੇ ਦੀਨ ਕਹਿ ਬਚਨ ਰਸਾਲਾ। ਆਖਣ ਲੱਗੇ ਪਾਤਸ਼ਾਹ ਸਾਲਸਰਾਏ ਜੌਹਰੀ ਬੜਾ ਚੰਗੇ ਸੁਭਾਅ ਦਾ ਨੇਕ ਇਨਸਾਨ ਹੈ। ਕਿਉਂ ਆ ਨੇਕ? ਉਹਨੇ ਲਾਲ ਵੀ ਮੋੜਤਾ, ਕਹਿੰਦਾ ਪੈਸੇ ਵੀ ਵਾਪਸ ਨਹੀਂ ਲੈਣੇ। ਆਖੋ ਸਤਨਾਮ। ਸਾਡੀ ਜ਼ਿੰਦਗੀ ਦੀ ਇੱਕ ਥਿਊਰੀ ਹੈ, ਸਾਨੂੰ ਮੁਫਤ 'ਚ ਜਿਹੜਾ ਕੋਈ ਚੀਜ਼ ਦੇਵੇ, ਕੋਈ ਸਾਡਾ ਖਿਆਲ ਰੱਖੇ, ਕੋਈ ਸਾਡਾ ਫਿਕਰ ਕਰੇ, ਕਦੇ ਕੁਝ ਦੇ ਕੇ ਸਾਡੇ ਤੋਂ ਮੰਗੇ ਨਾ, ਜਿਤਾਵੇ ਨਾ, ਉਹ ਸਾਡੇ ਲਈ ਕੀ ਹੈ? ਪੱਤਰ ਪੁਰਸ਼, ਨੇਕ ਇਨਸਾਨ, ਚੰਗਾ ਬੰਦਾ। ਤੇ ਜੇ ਕੋਈ ਦੇ ਕੇ ਮੰਗ ਲਵੇ, ਉਹ ਕੀ ਹੈ? ਦੁਨੀਆ ਦਾ ਘਟੀਆ ਬੰਦਾ, ਬੁਰਾ ਇਨਸਾਨ। ਨੇਕ ਸਾਡੀ ਬਿਰਤੀ 'ਚ ਤੇ ਉਹੀ ਹੁੰਦਾ ਨਾ ਜਿਹਨੇ ਸਾਨੂੰ ਕੁਝ ਦਿੱਤਾ ਪਰ ਅਹਿਸਾਨ ਨਹੀਂ ਜਤਾਇਆ, ਕਹਿੰਦਾ ਰੱਖ ਲਾ ਕੋਈ ਨਹੀਂ। ਤੇ ਜਿਹਨੇ ਹਿਸਾਬ ਮੰਗ ਲਿਆ ਕੌਡੀ ਕੌਡੀ ਦਾ, ਅਸੀਂ ਕਹਿੰਦੇ ਯਾਰ ਬੰਦਾ ਕੋਈ ਇਹ ਤੇ ਲਾਲਚੀ ਬਹੁਤ ਹੈ, ਇਹ ਤੇ ਸਵਾਰਥੀ ਬਹੁਤ ਹੈ। ਕਿਉਂਕਿ ਅਸੀਂ ਆਪਣੀ ਜੇਬ ਨੂੰ ਸੇਕ ਨਹੀਂ ਲਾਣਾ ਚਾਹੁੰਦੇ ਵੀ ਦੂਜੇ ਦੀ ਜੇਬ ਤੇ ਐਸ਼ ਕਰੀਏ। ਇਹ ਬਿਰਤੀ ਬੰਦੇ ਦੀ।
महाराज वो नेक इंसान बहुत है। उन्हें बड़े प्यारे प्यारे रस भरे बोल आखे, आखन लगे मैं तुहाडा देनदार हाँ, तुसीं मैनूं दर्शन कराए। इस करके गरीब नवाज उन्हें दाम कहिए दमड़े मोड़ दिते आ, माया वापस कीती है। जस आयस देहो तस अब करहूँ, थकत भयो मैं बोहर ना फिरहूँ। भाई मरदाना जी कहते महाराज हुण जिवें तुसीं आग्या करोगे मैं उवें ही मन्नांगा, पर सिद्धी गल दसां मैं थक गया। क्यों कहा उन्होंने भी किते बाबा फेर ही ना कह दे मोड़िया आखो सतनाम। महाराज मैं थक गया, मैनू भुख प्यास ने दुखी किया, किन्ने ते मैं गेड़े लाते। कहते सी ना मैनू माया दे दिओ। महाराज मैं बाजार च जाके कुछ खाया, मैं सतगुर कहते लाल लै जा जो मर्जी छकिया, पर सच पुछो गल उत्थे ही खड़ी है। गेड़े भी किन्ने लग गए, व्यापार भी कर लिया, पर खटिया कुछ भी नहीं। श्री गुर कहें लाल निज लीजै, तन जिहि को तिस ही को दीजै। जी ने स्पष्ट गल कह दी मरदाने, असी ये इमानत, असी ये माया, असी ये दौलत नहीं रख सकते। साडी माया लाल साडे कोले है, तुसी ये वापस करके आओ, हर हाल मोड़ना है। असी किसी की माया कोले नहीं रखनी। दबे घोटे जे कहते जी 7 वजन, मन टुट गया भी जे माया मोड़ती खावांगे की। बाहर ते बाजार च कोई कहता सी तांबे दे 3 सिक्के दऊं लाल बदले, कोई कहता 1 सिक्का। उत्थे की होना, खाना पीना भी पूरा नहीं होना। आ ते 100 रुपया आया सी अपने कोले, ये भी हुण मोड़ना पैना है। विचै लाल ली तन से, नह विचै ते कैसे लई। गुरु साहब समझाउंदे ने मरदाने, असीं सच दा व्यापार करना, जे कुछ वेचांगे तां असीं कुछ लैण दे हकदार हां। जदों असीं कुछ वेचिया ही नहीं, कुछ दिता ही नहीं, किसे दी माया दे मालक असीं क्यों बणीए। वो ते वस्तु पराई है, बेगानी है, असी कमाई हुई नहीं। उन मर्दाना लेकर गयो, शाहू न लीत कहत बच पयो। भाई मरदाना जी लैके ओ लाल उसे तरह माया, फिर पहुंच गए जी सालसराय जौहरी दी हवेली। हथ जोड़ के कहते मेरे मुरशद कहते आ, मेरे गुरु साहब आखते आ भी अपनी माया चुको, सानू नहीं चाहिए, थैली रख दी। सालसराय जौहरी ने हथ जोड़ ले, कहता रब दे प्यारिया मैनू भी माया नहीं चाहिए, मैनू तेरे वर्गा प्यारा सज्जन देखने को मिल गया, मैनू होर की चाहिए। नाले एडा कीमती लाल जिहदे तू दर्शन करवाते, मैं तो कदे सुनिया भी नहीं सी ये बारे। तू ये माया रख लै, दर्शनी भेटा रख लै, मैनू वापस ना कर। भाई मरदाना जी ਉਹਦੇ ਨਾਲ ਧੱਕਾ ਕਰਨ ਵੀ ਤੂੰ ਆਪਣੀ ਮਾਇਆ ਲੈ, ਉਹ ਕਹਿੰਦਾ ਮੈਨੂੰ ਨਹੀਂ ਚਾਹੀਦੀ ਤੂੰ ਰੱਖ। ਮੈਂ ਕਹਿੰਦਾ ਜੀ ਅੱਜ ਕੱਲ੍ਹ ਵਾਲਾ ਸਮਾਂ ਹੁੰਦਾ ਤੇ ਹੁੰਦੇ ਅੱਜ ਵਾਲੇ ਸਿੱਖ। ਉਹਨੇ ਕਹਿਣਾ ਸੀ ਲਾਲ ਵੀ ਦੇ ਜਾ, ਮਾਇਆ ਵੀ ਦੇ ਜਾ, ਚੱਲ ਫਿਰ ਖੇਡੋ, ਕੋਈ ਨਹੀਂ ਸੇਵਾ ਕਰਾਤੀ ਤੇਰੀ, ਅਰਦਾਸ ਕਰਾਤੀ। ਅੱਜ ਕੱਲ੍ਹ ਤੇ ਠੱਗੀਆਂ ਠੋਰੀਆਂ ਚੱਲਦੀਆਂ ਬਸ ਧਰਮ ਦੇ ਨਾਂ ਤੇ, ਲੋਕ ਲੁੱਟਣ ਤੇ ਨੇ। ਕਿਹਦੀ ਜੇਬ ਕੱਟ ਲਈਏ, ਕਿਹਦੇ ਕੋਲੋਂ ਖੋਹ ਲਈਏ, ਕਿਹਦੇ ਕੋਲੋਂ ਕੀ ਲੈ ਲਈਏ। ਸੱਚੀ ਇਹ ਗੱਲ ਹੈ। ਉਹ ਵਿਰਲੇ ਜਿਹੜੇ ਨਾਮ ਦੀ ਗੱਲ ਕਰਦੇ ਆ, ਨਾਮ ਜਪਦੇ ਆ, ਨਾਮ ਜਪਾਉਂਦੇ ਆ। ਸਿੱਖ ਦਾ ਤੇ ਖਾਣਾ ਪੀਣਾ ਹੱਸਣਾ ਸੌਣਾ ਪਰਮੇਸ਼ਰ ਦਾ ਨਾਮ ਹੈ, ਇਹੀ ਵੰਡਦੇ ਆ, ਇਹੀ ਛਕਾਉਂਦੇ ਆ। ਭਾਈ ਮਰਦਾਨਾ ਜੀ ਆਖਣ ਲੱਗੇ ਨਹੀਂ, ਜਦੋਂ ਮੇਰੇ ਗੁਰੂ ਨੇ, ਮੇਰੇ ਸਤਿਗੁਰ ਨੇ ਮੈਨੂੰ ਰੋਕਿਆ ਏ, ਮੈਂ ਇੱਕ ਵੀ ਪੈਸਾ ਤੁਹਾਡੇ ਕੋਲ ਵਾਪਸ ਲੈ ਕੇ ਨਹੀਂ ਜਾਣਾ। ਰੱਖ ਦਿੱਤੀ ਮਾਇਆ, ਆਪਣੀ ਮਾਇਆ ਆਪਣੇ ਕੋਲ ਰੱਖੋ ਜੀ। ਸ਼ੁਕਰੀਆ ਤੁਹਾਡਾ, ਧੰਨਵਾਦ। ਪਰ ਸਾਲਸਰਾਏ ਜੌਹਰੀ ਵੇਖ ਕੇ ਹੈਰਾਨ ਵੀ ਕਿਹੜਾ ਗੁਰੂ ਇਹਦਾ ਹੋਊ ਜਿਹਨੂੰ ਲਾਲਚ ਨਹੀਂ ਕੋਈ। ਉਹ ਇਹ ਚੀਜ਼ ਵੇਖ ਰਿਹਾ ਵੀ ਆਹ ਵੀ ਰੱਬ ਦਾ ਪਿਆਰਾ ਜਿਹੜਾ ਬਾਰ-ਬਾਰ ਮੇਰੇ ਕੋਲੇ ਆਉਂਦਾ ਹੈ। ਕਲਯੁਗ ਦਾ ਵੇਲਾ ਚੱਲਦਾ, ਇੱਥੇ ਤੇ ਲੋਕ 1 ਰੁਪਏ ਦੀ ਚੀਜ਼ ਲਿਆ ਕੇ 10 ਦੀ ਦੱਸਦੇ ਆ। ਕਿਸੇ ਨੇ ਸੂਟ ਲਿਆਊ 2500 ਦਾ, ਉਹਨੇ ਦੱਸਣਾ 2000 ਦਾ, 4000 ਦਾ, 50000 ਦਾ, ਵਧਾ ਕੇ ਰੇਟ। ਚੀਜ਼ ਇੰਨੇ ਦੀ ਹੈ, ਦੱਸਣੀ ਵੱਧ ਹੈ। ਇੱਕ ਐਟੀਟਿਊਡ ਆ ਨਾ ਕਲਯੁਗ ਦਾ। ਪਰ ਭਾਈ ਮਰਦਾਨਾ ਜੀ ਕਹਿੰਦੇ ਨਹੀਂ, ਸਾਨੂੰ ਨਹੀਂ ਇਹ ਮਾਇਆ ਚਾਹੀਦੀ। ਉਹ ਰੱਖ ਹੀ ਨਹੀਂ ਰਹੇ ਕੁਛ, ਵਾਪਸ ਕਰਨ ਤੇ ਤੁਲੇ ਹੋਏ ਆ। ਤੇ ਸਾਲਸਰਾਏ ਜੌਹਰੀ ਨੇ ਵੀ ਮਾਨੀ ਮਨ ਪੱਕਾ ਕਰ ਲਿਆ, ਇਹ ਲੱਖ ਵਾਰ ਮੋੜਨਾ, ਮੈਂ ਲੱਖ ਵਾਰ ਹੀ ਵਾਪਸ ਤੋਰਾਂਗਾ, ਵੀ ਮੈਨੂੰ ਨਹੀਂ ਚਾਹੀਦੀ। ਐਡਾ ਵੱਡਾ ਜੀਵਨ
ਐਡੀ ਵੱਡੀ ਪਰਪੱਕਤਾ, ਰੰਚਕ ਮਾਤਰ ਵੀ ਅੰਦਰ, ਮਾਇਆ ਦਾ ਕੋਈ ਮੋਹ ਨਹੀਂ। ਲਿਖਾ ਲਾਲ ਪਰ ਸੋ ਹਮ ਦੀਨੋ, ਧਰਮ ਆਪਣਾ ਰਾਖਣ ਕੀਨੋ। ਭਾਈ ਮਰਦਾਨਾ ਜੀ ਕਹਿੰਦੇ ਜੀ ਜਦੋਂ ਅਸੀਂ ਲਾਲ ਤੁਹਾਨੂੰ ਵੇਚਿਆ ਹੀ ਨਹੀਂ, ਕਹਿੰਦੇ ਜੀ ਬਿਲਕੁਲ ਸੱਚ ਕਹਿ ਰਹੇ ਹੋ, ਤੁਸੀਂ ਵੇਚਿਆ ਨਹੀਂ, ਨਾ ਮੈਂ ਖਰੀਦਿਆ, ਪਰ ਤੁਹਾਡੇ ਲਾਲ ਉੱਤੇ ਲਿਖਿਆ ਹੋਇਆ, ਇਸ ਹੀਰੇ ਉੱਤੇ ਲਿਖਿਆ ਹੋਇਆ ਹੈ ਵੀ ਇਹਦੀ ਦੇਖਣ ਦੀ, ਦਰਸ਼ਨਾਂ ਦੀ ਭੇਟਾ ਹੀ 100 ਰੁਪਈਆ ਹੈ। ਸਹਿਸ ਦਾ ਅਰਥ 1000 ਵੀ ਹੁੰਦਾ ਹੈ, ਪਰ ਵਿਦਵਾਨਾਂ ਨੇ 100 ਹੀ ਲਿਖਿਆ ਹੋਇਆ ਹੈ ਵੀ ਇਹਦਾ ਤੇ 100 ਰੁਪਈਆ ਵੇਖਣ ਦਾ ਮੁੱਲ ਹੈ। ਆਪਾਂ ਆਮ ਕਹਿੰਦੇ ਆ ਕਿਸੇ ਬਾਜ਼ਾਰ ਜਾਈਏ, ਦੁਕਾਨ ਜਾਈਏ, ਵੇਖ ਲਓ ਇਹਦਾ ਕਿਹੜਾ ਮੁੱਲ ਲੱਗਦਾ ਹੈ, ਪਰ ਬਹੁਤ ਚੀਜ਼ਾਂ ਐਸੀਆਂ ਨੇ ਬਾਜ਼ਾਰ ਵਿੱਚ ਜਿਨ੍ਹਾਂ ਨੂੰ ਵੇਖਣ ਦੇ ਵੀ ਮੁੱਲ ਹੁੰਦੇ ਆ। ਸਾਲਸਰਾਏ ਜੌਹਰੀ ਕਹਿੰਦਾ ਇਹਦਾ ਮੁੱਲ ਮੈਂ ਦੇ ਦਿੱਤਾ, ਮੈਂ ਆਪਣਾ ਧਰਮ ਪੁਗਾਇਆ ਹੈ, ਮੈਂ ਕੋਈ ਚਲਾਕੀ ਨਹੀਂ ਖੇਡੀ, ਮੈਂ ਕੋਈ ਸਾਜ਼ਿਸ਼ ਕੀਤੀ ਨਹੀਂ। ਲੈ ਹੋ ਹਟਾਏ ਧਰਮ ਮਮ ਜਾਈ, ਐਸੀ ਬਾਤ ਨਾ ਕਰੂੰ ਕਦਾਈ। ਪਰ ਪਿਆਰਿਆ ਜੇ ਮੈਂ ਤੇਰੇ ਤੋਂ 100 ਵਾਪਸ ਲੈ ਲਿਆ, ਮੇਰਾ ਧਰਮ ਟੁੱਟ ਜਾਊਗਾ। ਮੈਂ ਕਦੇ ਵੀ ਨਹੀਂ ਚਾਹੁੰਦਾ ਮੇਰਾ ਧਰਮ ਟੁੱਟੇ, ਇਸ ਕਰਕੇ ਮੈਂ ਤੇਰੇ ਤੋਂ ਇਹ ਪੈਸੇ ਵਾਪਸ ਲੈਣੇ ਹੀ ਨਹੀਂ। ਕਦੇ ਤੁਹਾਨੂੰ ਇਦਾਂ ਦਾ ਬੰਦਾ ਮਿਲਿਆ ਕੋਈ? ਤੁਸੀਂ ਉਹਦੀ ਵਸਤੂ, ਉਹਦੀ ਮਾਇਆ ਉਹਨੂੰ ਮੋੜੋ ਤੇ ਆਖੇ ਜੀ ਮੈਨੂੰ ਚਾਹੀਦੀ ਨਹੀਂ, ਭਾਵੇਂ 100 ਹੈ, 500 ਹੈ, 1000 ਹੈ। ਬੰਦੇ ਨੇ ਜਿਹਨੂੰ ਚੀਜ਼ ਦਿੱਤੀ ਹੋਈ ਆ ਨਾ, ਵਾਪਸ ਲੈਣੀ ਚਾਹੁੰਦਾ ਏ, ਪਰ ਬੜੇ ਤੁਹਾਨੂੰ ਮਿਲ ਜਾਣਗੇ ਕਿਸੇ ਨੇ ਮਾਇਆ ਲੈ ਲਈ, ਮੰਗੀ, ਕਹਿੰਦੇ ਨਹੀਂ ਦਿੰਦਾ, ਕੋਈ ਗੱਲ ਨਹੀਂ, ਫਿਰ ਕੀ ਹੋਇਆ? ਇਹ ਕੀ ਹੈ? ਮਾਇਆ ਤੋਂ ਨਿਰਲੇਪਤਾ। ਸਿਰਫ ਪਦਾਰਥ ਤੇ ਮਾਇਆ ਨੂੰ ਆਪਣੇ ਉਹਨਾਂ ਕੀ ਵਰਤਣਾ ਜਿੰਨੀ ਕੁ ਲੋੜ ਹੈ, ਸਿਰ ਤੇ ਮਨ ਤੇ ਕਾਲਖ ਨਹੀਂ ਰੱਖਣੀ। ਉਹ ਕਹਿੰਦਾ ਮੇਰਾ ਧਰਮ ਹੈ, ਮੈਂ ਇਸ ਮਾਇਆ ਨੂੰ ਆਪਣੇ ਕੋਲ ਨਹੀਂ ਰੱਖ ਸਕਦਾ, ਇਹ ਤੁਹਾਡੀ ਹੈ, ਸੁੱਟੋ, ਮੰਗਤਿਆਂ 'ਚ ਵੰਡੋ ਜਾਂ ਵਾਪਸ ਲੈ ਜਾਓ, ਇਹ ਮੈਂ ਨਹੀਂ ਜਾਣਦਾ। ਪਰ ਮੇਰਾ ਮਕਸਦ ਇੰਨਾ ਕਿ ਵੀ ਮੇਰਾ ਧਰਮ ਕਹਿੰਦਾ ਏ ਮੈਂ ਤੁਹਾਡੇ ਤੋਂ ਵਾਪਸ ਨਹੀਂ ਲਵਾਂਗਾ। ਭਾਈ ਮਰਦਾਨਾ ਜੀ ਦੇ ਨਾਲ ਕਹਿੰਦੇ ਗੱਲਬਾਤ ਚੱਲਦੀ ਹੈ। ਹੁਣ ਸਿੱਖ ਕਹਿੰਦਾ ਮੈਂ ਮੋੜ ਕੇ ਜਾਣੀ ਮਾਇਆ, ਉਹ ਕਹਿੰਦਾ ਮੈਂ ਲੈਣੀ ਨਹੀਂ। ਦੋਨੇ ਪਾਸੇ ਤੋਂ ਹਲਕਾ ਜਿਹਾ ਝਗੜਾ ਹੁੰਦਾ ਏ। ਸਰਬ ਤੁਮਾਰੋ ਕਰੋ ਜੋ ਭਾਵਾ, ਸੁਨ ਕਰ ਮਰਦਾਨਾ ਪੁੰਨਿਆਵਾ। ਇੱਥੇ ਹੋਰ ਵੀ ਜੌਹਰੀ ਇਕੱਠੇ ਹੋਏ, ਸਭ ਵੇਖਦੇ ਆ ਵੀ ਜੌਹਰੀ ਸਾਹਿਬ ਵਾਪਸ ਕਰਦੇ ਆ, ਬੰਦਾ ਕਿਹੋ ਜਿਹਾ ਹੈ, ਪੈਸੇ ਮੋੜੀ ਜਾਂਦਾ। ਜੌਹਰੀ ਸਾਹਿਬ ਨੇ ਤੇ ਲਾਲ ਵਾਪਸ ਕਰ ਦਿੱਤਾ ਵੀ ਤੁਹਾਡਾ ਜੀ ਇਹ ਤੁਸੀਂ ਰੱਖੋ, ਮੈਂ ਕਿਹੜਾ ਖਰੀਦਿਆ ਏ, ਪਰ 100 ਰੁਪਈਆ ਉਹ ਵਾਪਸ ਨਹੀਂ ਲੈਂਦੇ। ਤੇ ਭਾਈ ਮਰਦਾਨਾ ਕਹਿੰਦਾ ਮੈਂ ਸੁੱਟ ਕੇ ਚਲਿਆ ਜਾਵਾਂਗਾ, ਮੈਂ ਨਹੀਂ ਲੈ ਕੇ ਜਾਣੇ। ਆਖਰਕਾਰ ਫੇਰ ਭਾਈ ਮਰਦਾਨਾ ਜੀ ਮੁੜ ਕੇ ਸਤਿਗੁਰਾਂ ਕੋਲ ਆਏ ਵੀ ਮਹਾਰਾਜ ਉਹ ਤੇ ਮੰਨਦਾ ਹੀ ਨਹੀਂ ਹੈ। ਮੈਂ ਤਰਲੇ ਕਰ ਲਏ, ਮਿੰਨਤਾਂ ਕਰ ਲਈਆਂ, ਮਜਬੂਰੀ ਦੱਸ ਦਿੱਤੀ, ਉਹ ਆਪਣੀ ਇਮਾਨਤ ਵਾਪਸ ਲੈਂਦਾ ਨਹੀਂ। ਦੋਹਰਾ ਸ਼੍ਰੀ ਨਾਨਕ ਰੱਖੈ ਨਹੀਂ, ਲੈਨ ਜੋਹਰੀ ਸੋਏ। ਸਪਤ ਵਾਰ ਫਿਰ ਪੁਨੈ ਪੁੰਨ, ਸ਼ਰਮ ਸੋ ਵਿਆਕੁਲ ਹੋਏ। ਪਰ ਇੱਥੇ ਹਾਲਤ ਭਾਈ ਮਰਦਾਨਾ ਜੀ ਦੀ ਬੜੀ ਬਦਤਰ ਹੋ ਗਈ। ਉਹ ਕਿਵੇਂ? ਸਾਲ ਸਰਾਏ ਜੌਹਰੀ ਕਹਿੰਦਾ ਤੇਰੀ ਮਾਇਆ ਤੂੰ ਰੱਖ, ਮੈਂ ਨਹੀਂ ਲੈਣੀ। ਉਹ ਮਰਦ ਨੂੰ ਦੱਸਣ ਆਇਆ ਕਰੇ, ਸਤਿਗੁਰ ਕਹਿੰਦੇ ਮਰਦਾਨਿਆ ਅਸੀਂ ਬਗਾਨੀ ਮਾਇਆ ਨਾ ਰੱਖਣੀ, ਮੋੜ ਕੇ ਆ। ਕਹਿੰਦੇ ਇਸੇ ਰੌਲੇ ਵਿੱਚ 7 ਗੇੜੇ ਭਾਈ ਮਰਦਾਨੇ ਦੇ ਅਲੱਗ ਤੋਂ ਲਾਗੇ। ਆ ਬਹਿ ਗਿਆ ਬਾਬਾ ਜੀ ਕੋਲੇ, ਕਹਿੰਦਾ ਮੈਂ ਤੇ ਪਹਿਲਾਂ ਹੀ ਭੁੱਖਾ ਮਰਿਆ ਹੋਇਆ ਸੀ, ਕੁੱਖਾਂ ਮੇਰੀਆਂ ਨਿਕਲੀਆਂ ਪਈਆਂ। ਬਾਬਾ ਜੀ ਆ ਕਿਹੜੇ ਝੰਜਟ ਵਿੱਚ ਪਾਤਾ, ਆਖੋ ਸਤਨਾਮ। ਤੁਸੀਂ ਰੱਖਣ ਨੂੰ ਨਹੀਂ ਮੰਨਦੇ। ਉਹ ਕਹਿੰਦਾ ਮੈਂ ਵਾਪਸ ਨਹੀਂ ਲੈਣੇ, ਮੈਂ ਕਿੱਥੇ ਜਾਵਾਂ, ਮੇਰੀ ਭੁੱਖ ਦਾ ਹੀਲਾ ਕਰੋ ਕੋਈ। ਮਸਾਂ ਤੇ ਭਾਈ ਮਰਦਾਨਾ ਜੀ ਰੌਲਾ ਪਾ ਕੇ ਇੱਥੇ ਤੱਕ ਪਹੁੰਚੇ। ਕਹਿੰਦੇ ਬਾਬਾ ਅਸਾਂ ਤੇਰੇ ਨਾਲ ਨਹੀਂ ਰਹਿਣਾ, ਜੋ ਮਰਜ਼ੀ ਹੋ ਜੇ ਮੈਂ ਛੱਡ ਕੇ ਜਾਊਂ। ਮੇਰੀ ਮੌਤ ਨੇੜੇ ਆ ਗਈ, ਮੇਰਾ ਸਮਾਂ ਨੇੜੇ ਆ ਗਿਆ, ਮੇਰਾ ਕਾਲ ਨੇੜੇ ਆ ਗਿਆ। ਇੱਕ ਲਾਲ ਮਿਲਿਆ, ਉਹਦੇ ਬਦਲੇ ਪੈਸੇ ਮਿਲ ਗਏ, ਪਰ ਉਹ ਵੀ ਖਰਚਣ ਦਾ ਹੁਕਮ ਨਹੀਂ। ਉਹ ਕਹਿੰਦੇ ਤੇਰਾ, ਉਹ ਕਹਿੰਦੇ ਮੋੜ ਕੇ ਆ। ਹੁਣ ਇਹ ਦੁਬਦਾ 'ਚ ਪੈ ਗਏ ਜੀ। 7 ਗੇੜੇ ਥੋੜ੍ਹੇ ਹੁੰਦੇ ਆ। ਪਟਨਾ ਸ਼ਹਿਰ ਕਿੱਡਾ ਵੱਡਾ ਹੈ, ਸ਼ਹਿਰੋਂ ਬਾਹਰ ਆ ਕੇ ਮਰਦ ਨੂੰ ਦੱਸਦੇ, ਗੁਰੂ ਸਾਹਿਬ ਕਹਿੰਦੇ ਚੱਲ ਵਾਪਸ ਦੇ ਕੇ ਆ। ਉਹ ਕਹਿ ਦਿੰਦਾ ਜਾਓ ਵਾਪਸ, ਅਸੀਂ ਨਹੀਂ ਲੈਣੇ। ਕਹਿੰਦੇ ਰਾਹ ਦੇ ਵਿੱਚ ਹੀ 7 ਗੇੜੇ ਲਾ ਕੇ ਭਾਈ ਮਰਦਾਨੇ ਦੀ ਹਾਲਤ ਇੰਨੀ ਬੁਰੀ ਹੋ ਗਈ, ਪਸੀਨਾ ਹੀ ਪਸੀਨਾ ਹੋਇਆ, ਖਿਜਿਆ ਪਿਆ, ਗੁੱਸਾ ਚੜਿਆ ਹੋਇਆ। ਕਹਿੰਦਾ ਕਿਹੋ ਜਿਹੇ ਫਕੀਰ ਟੱਕਰ ਗਏ, ਆਖੋ ਸਤਨਾਮ। ਐਡੇ ਵੀ ਕਰੜੇ ਨਹੀਂ ਚਾਹੀਦੇ। ਅੱਜ ਕੱਲ੍ਹ ਫਕੀਰਾਂ ਦਾ ਤੇ ਕੰਮ ਇਹੀ ਹੈ,
ਜਿੱਡਾ ਮਰਜੀ ਕੋਈ ਧਰਮੀ ਬਣਿਆ ਫਿਰਦਾ, ਮੈਂ ਕਹਿੰਦਾ ਇੱਕ ਵਾਰ ਚੈੱਕ ਤੇ ਫੜਾਓ। ਕਈ ਕਹਿੰਦੇ ਅਸੀਂ ਭੇਟਾਂ ਨਹੀਂ ਲੈਂਦੇ, ਅਸੀਂ ਹੱਥ ਨਹੀਂ ਲਾਉਂਦੇ, ਸਾਡੇ ਕੋਲ ਚੜ੍ਹਦੀ ਨਹੀਂ। ਕੀ ਲੋੜਾ ਚੜਾਉਣ ਦੀ? ਜਿਹਨੂੰ ਸਿੱਧਾ ਕੋਰੀਅਰ ਆਵੇ, ਪੇਪਾਲ ਹੋਵੇ, ਜਿਹਨੂੰ ਸਿੱਧਾ ਅਕਾਊਂਟ 'ਚ ਆਵੇ, ਕੀ ਲੋੜਾ ਉਹਨੂੰ ਮੰਗਣ ਦੀ? ਉਹਨੇ ਕੀ ਲੈਣਾ 10-10 ਰੁਪਈਏ ਤੋਂ? ਕਹਿੰਦਾ ਸਿੱਧੇ 10 ਲੱਖ ਆਉਂਦੇ, ਅਸੀਂ ਕੀ ਲੈਣਾ 10 ਤੋਂ? ਅੱਜ ਦੁਨੀਆ ਇੱਥੇ ਤੁਰੀ ਫਿਰਦੀ ਹੈ। ਵਿਰਲੇ ਨੇ ਜੀ ਜਿਹੜੇ ਰੱਬ ਦੇ ਪਿਆਰ 'ਚ ਭੇਜੇ ਆ, ਮਾਇਆ ਦਾ ਲਾਲਚ ਹੀ ਨਹੀਂ ਕਰਦੇ। ਮਾਇਆ ਇਕੱਲੇ ਨੋਟਾਂ ਨੂੰ ਥੋੜ੍ਹਾ ਕਹਿੰਦੇ, ਹਰ ਵਸਤੂ ਮਾਇਆ ਹੈ। ਪਰ ਭਾਈ ਮਰਦਾਨਾ ਚੜ ਗਿਆ ਗੁੱਸੇ ਵਿੱਚ ਵੀ ਮੇਰੀ ਤੇ ਹਾਲਤ ਫੇਰ ਉੱਥੇ ਹੀ ਖੜੀ ਆ ਨਾ। ਮੈਂ ਇਹ ਲਾਲ ਲਿਆ ਸੀ ਤਾਂ ਮਰਜ ਕਹਿੰਦੇ ਵੇਚ ਕੇ ਕੁਝ ਲੈ ਲਈ, ਕੁਝ ਖਾ ਲਈ। ਪਰ ਕਿਤੇ ਨਾ ਕਿਤੇ ਮਰਜ ਸਮਝਾਉਂਦੇ ਆ ਵੀ ਮਾਇਆ ਦਾ ਲਾਲਚ ਕਿੱਥੇ ਹੈ, ਕਿਵੇਂ ਦਾ ਏ, ਮਨੁੱਖ ਨੂੰ ਕਿਹੜੇ ਹਾਲਾਤਾਂ 'ਚ ਲੈ ਆਉਂਦਾ ਏ। ਭਾਈ ਮਰਦਾਨਾ ਜੀ ਦੇ ਪਰਥਾਏ ਅੱਜ ਸਾਨੂੰ ਸਮਝਾਉਂਦੇ ਆ। ਇਹਨੂੰ ਕਹਿੰਦੇ ਆ ਮਾਇਆ ਮਮਤਾ ਮੋਹਣੀ, ਬਿਨ ਦੰਤਾਂ ਜਗ ਖਾਇਆ। ਬਿਨਾਂ ਦੰਦਾਂ ਤੋਂ ਖਾ ਰਹੀ ਹੈ, ਗਰਸ ਰਹੀ ਹੈ, ਇਹਦੀ ਕੁੱਛੜ 'ਚੋਂ ਕੋਈ ਨਹੀਂ ਬਚਿਆ। ਇਹਨੇ ਵੱਡੇ ਵੱਡੇ ਭਗਤ, ਫਕੀਰ, ਸਾਧ ਸਭ ਨੂੰ ਨਿਗਲਿਆ, ਪਰ ਬਚਿਆ ਉਹ ਜੋ ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਗਿਆ, ਬਚਿਆ ਉਹ ਜੋ ਅਕਾਲ ਪੁਰਖ ਨਾਲ ਜੁੜ ਗਿਆ। ਸਤਿਗੁਰਾਂ ਨੇ ਭਾਈ ਮਰਦਾਨਾ ਜੀ ਤੇ ਚੋਜ ਪਾ ਕੇ, ਇਹ ਮਾਇਆ ਪਾ ਕੇ ਸਾਨੂੰ ਵਿਖਾ ਦਿੱਤਾ। ਕਹਿੰਦੇ ਬਾਬਾ ਮੈਥੋਂ ਨਹੀਂ ਜਾਇਆ ਜਾਂਦਾ, ਉਹ ਵਾਪਸ ਮਾਇਆ ਨਹੀਂ ਲੈਂਦਾ, ਤੁਸੀਂ ਰੱਖਣ ਦਿੰਦੇ ਨਹੀਂ। ਚੌਪਈ ਏਕ ਛੁਦਾ ਦੂਜੇ ਸ਼ਰਮ ਭਾਰ, ਖਿਜੋਰ ਦੇ ਧਨ ਤਹਿ ਗ੍ਰਹਿ ਡਰ। ਕਹਿੰਦੇ ਫੇਰ 8ਵਾਂ ਗੇੜਾ ਲਾਇਆ, ਗੁੱਸੇ ਜਾ ਕੇ ਸਾਲਸਰਾਏ ਦੀ ਹਵੇਲੀ 'ਚ ਜਾ ਕੇ ਮਾਇਆ ਸੁੱਟਿਆ, ਬਹਿ ਗਏ ਆ ਕੇ ਮਰਦ ਕੋਲ। ਹੁਣ ਤੇ ਜਦੋਂ ਪਤਾ ਵੀ ਆਪਣੇ ਕੋਲ 100 ਵੀ ਨਹੀਂ ਹੈ, ਚਲੋ ਕਿ 100 ਦੇ ਸਹਾਰੇ 'ਚ ਬੋਲੀ ਤੇ ਜਾਂਦੇ ਸੀ, ਆਈ ਜਾਈ ਜਾਂਦੇ ਸੀ। ਬਸ ਫਿਰ ਮੂੰਹ ਬਣਾ ਕੇ ਖਿੱਚ ਕੇ ਬੈਠੇ ਮਰਦ ਦੇ ਕੋਲੇ, ਬੁਲਾਉਂਦੇ ਹੀ ਨਹੀਂ। ਅੱਧਾ ਪੌਣਾ ਘੰਟਾ ਲੰਘ ਗਿਆ। ਕਹਿੰਦੇ ਭਾਈ ਮਰਦਾਨਾ ਉਦਾਸ ਨਾਰਾਜ਼। ਭਾਈ ਬਾਲਾ ਜੀ ਨੇ ਵੇਖਿਆ ਵੀ ਤੇ ਉਹੀ ਕੰਮ ਹੋ ਗਿਆ। ਮਤਲਬ ਰੋਟੀ ਵਾਲਾ ਮਸਲਾ ਅਜੇ ਵੀ ਪੈਂਡਿੰਗ ਪਿਆ। ਆਖੋ ਸਤਨਾਮ। ਰੌਲਾ ਹੀ ਇਸੇ ਗੱਲ ਦਾ ਸੀ ਵੀ ਭੁੱਖ ਲੱਗੀ। ਭਾਈ ਮਰਦਾਨਾ ਜੀ ਖਿੱਚ ਗਏ ਨੇ। ਬੜਾ ਕੁਝ ਮਨ 'ਚ ਆਉਂਦਾ ਹੈ, ਜੇ ਉਹ ਰਾਖਸ਼ ਦੇ ਕੋਲੇ ਕੌਡੇ ਕੋਲੀ ਮਰ ਜਾਂਦਾ ਤੇ ਚੰਗਾ ਨਹੀਂ ਸੀ। ਐਵੇਂ ਮੈਂ ਕਹਿਤਾ ਮਰਜ ਮੈਨੂੰ ਬਚਾ ਕੇ ਲੈ ਜਾਓ, ਮੈਨੂੰ ਛੁਡਾ ਕੇ ਲੈ ਜਾਓ, ਗੁਰੂ ਸਾਹਿਬ ਲੈ ਗਏ। ਕਿਉਂ? ਇਹ ਕਿਉਂ ਹੋ ਰਿਹਾ? ਦੁਨਿਆਵੀ ਕਹਾਵਤਾਂ ਨੇ ਨਾ, ਫਰੀਦਾ ਮੌਤ ਤੋਂ ਭੁੱਖ ਬੁਰੀ। ਭੁੱਖ ਦਾ ਦੁੱਖ ਬਹੁਤ ਵੱਡਾ, ਮੌਤ ਤੋਂ ਵੀ ਮਾੜਾ ਏ। ਇੰਨਾ ਸਫ਼ਰ ਤੈਅ ਕੀਤਾ, ਧੰਨ ਸੀ ਭਾਈ ਮਰਦਾਨਾ ਜੀ, ਉਹ ਗੁਰੂ ਦਾ ਪਿਆਰਾ। ਭੁੱਖ ਪਿਆਸ ਝੱਲਦਾ ਹੋਇਆ ਵੀ ਗੁਰੂ ਬਾਬਾ ਜੀ ਦੇ ਬਚਨ ਨਹੀਂ ਮੋੜਦਾ। ਐਸਾ ਸਿੱਖ ਕਿੱਥੇ ਮਿਲੇਗਾ? ਪਰ ਹੁਣ ਚੁੱਪ ਹੈ, ਵਾਹ ਲੱਗ ਗਈ, ਬੇਵੱਸ ਹੋ ਕੇ ਬੈਠ ਗਏ। ਸ਼ਾਹੋ ਤਬੈ ਮਨ ਮਾਹੀ ਵਿਚਾਰ, ਇਹ ਅਦਭੁਤ ਬਹੁ ਲਾਲ ਨਿਹਾਰ। ਜਿਸ ਵੇਲੇ ਉਹ ਸ਼ਾਹੂਕਾਰ ਨੇ ਵੇਖਿਆ ਵੀ ਲਾਲ ਬੜਾ ਕੀਮਤੀ ਆ, ਉਹਦੇ ਮਨ 'ਚ ਖਿਆਲ ਆਉਂਦੇ ਆ ਵੀ ਲਾਲ ਦੀ ਤੇ ਗੱਲ ਛੱਡੋ, ਇਹ ਤੇ ਬੰਦੇ ਵੀ ਲਾਲੋ ਲਾਲ ਨੇ, ਇਹ ਤੇ ਐਡੇ ਬੇਪਰਵਾਹ ਨੇ। ਮਾਇਆ ਹੀ ਸੁੱਟ ਗਏ। 100 ਰੁਪਈਆ ਉਦੋਂ ਦਾ ਹਜ਼ਾਰਾਂ ਵਰਗਾ, ਥੈਲੀ ਭਰੀ ਸੀ ਉਹਦੇ ਕੋਲੇ, ਸੁੱਟ ਕੇ ਆ ਗਿਆ। ਉਹ ਕਹਿੰਦਾ ਕੋਈ ਤੇ ਗੱਲ ਹੈ, ਕੁਛ ਤੇ ਇਹਨਾਂ ਦੇ ਕੋਲੇ ਐਡਾ ਵੱਡਾ ਤਿਆਗ। ਧੱਕੇ ਨਾਲ ਬੰਦਾ ਆਖੇ ਅਸੀਂ ਨਹੀਂ ਲੈਣਾ, ਸਾਨੂੰ ਚਾਹੀਦਾ ਹੀ ਨਹੀਂ। ਕਿਉਂਕਿ ਦੁਨੀਆਦਾਰੀ ਉੱਤੋਂ ਉੱਤੋਂ ਸਾਰੇ ਕਹਿੰਦੇ ਆ ਵੀ ਨਹੀਂ ਨਹੀਂ ਸ਼ਗਨ ਦੀ ਕੀ ਲੋੜ ਸੀ, ਤੁਸੀਂ ਆ ਗਏ, ਇੰਨਾ ਹੀ ਬੜਾ ਹੈ। ਕਹਿੰਦੇ ਸਾਰਿਆਂ ਨੋਟ ਕਰਿਓ, ਵਿਆਹਾਂ 'ਚ ਤੁਸੀਂ ਵੀ ਜਾਂਦੇ ਹੋ, ਆਪਾਂ ਵੀ ਜਾਂਦੇ ਹਾਂ, ਤੇ ਆਉਣਾ ਵੀ ਪੈਂਦਾ। ਕਹਿੰਦੇ ਸਾਰੇ ਨੇ। ਕਦੇ ਇਹੋ ਜਿਹਾ ਹੋਇਆ ਕੋਈ ਮੋੜ ਕੇ ਜਾਵੇ? ਫੜ ਕੇ ਅਗਲਾ ਰੱਖ ਲੈਂਦਾ, ਥੱਲੋਂ ਹੱਥ ਅੱਗੇ ਹੁੰਦਾ, ਉੱਤੋਂ ਨਾ ਜੀ ਨਾ, ਭੈਣ ਜੀ ਕੀ ਲੋੜ ਸੀ, ਭਾਈ ਸਾਹਿਬ ਕੀ ਲੋੜ ਸੀ। ਫੜ ਵੀ ਲੈਣਾ ਹੈ ਵੀ ਜੇ ਨੇ ਜੇਬ 'ਚ ਪਾ ਲਿਆ ਕਢਾਉਣਾ ਔਖਾ। ਆਖੋ ਸਤਨਾਮ। ਫਿਰ ਥੋੜਾ ਦਊਗਾ ਇਹ। ਉੱਤੋਂ ਤੋਂ ਨਾਨਾ ਸਾਰੇ ਕਰਦੇ ਆ, ਪਰ ਉਹ ਵਿਰਲੇ ਨੇ ਜਿਹੜੇ ਅੰਦਰੋਂ ਕਹਿੰਦੇ ਸਾਨੂੰ ਨਹੀਂ ਚਾਹੀਦਾ ਤੇ ਨਹੀਂ ਚਾਹੀਦਾ। ਹੁਣ ਇਸ ਸਾਲਸਰਾਏ ਜੌਹਰੀ ਦਾ ਜਿਹੜਾ ਨੌਕਰ ਹੈ, ਉਹਦਾ ਨਾਂ ਹੈ ਅਦਰਕਾ। ਬੜੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਉਹਦੇ ਨੌਕਰ ਦਾ, ਉਹ ਵੀ ਧਰਮ ਵਾਲੇ ਪਾਸੇ ਜੁੜਿਆ ਹੋਇਆ। ਕਿਉਂਕਿ ਜੇ ਉਹਦਾ ਸ਼ਾਹੂਕਾਰ ਧਰਮੀ ਹੈ ਤੇ ਨੌਕਰ ਤੇ ਪ੍ਰਭਾਵ ਤੇ ਹੋਊਗਾ ਨਾ। ਘਰ ਦੇ ਨੌਕਰਾਂ ਨੂੰ ਵੇਖ ਕੇ ਟੱਬਰ ਦੇ ਪਰਿਵਾਰ ਦੇ ਮੈਂਬਰਾਂ ਦੀ ਕਰਤੂਤ ਦਾ ਪਤਾ ਲੱਗ ਜਾਂਦਾ ਵੀ ਕਿੱਥੇ ਕੁ ਸਟੈਂਡ ਕਰਦੇ ਉਹਨੇ। ਕਿਉਂਕਿ ਨੌਕਰ ਤੋਂ ਹੀ ਪਤਾ ਲੱਗਣਾ ਉਹਦੀ ਬੋਲ ਚਾਲ ਕੀ, ਉਹਦੀ ਉੱਠਣੀ ਬੈਠਣੀ ਕੀ, ਉਹਨੇ ਜੋ ਵੇਖਿਆ, ਉਹਨੇ ਜੀਵਨ 'ਚ ਧਾਰਨ ਕੀਤਾ, ਉਹੀ ਅੱਗੇ ਦੱਸਣਾ ਉਹਨੇ। ਹੁਣ ਜਦੋਂ ਸ਼ਾਹੂਕਾਰ ਦਾ ਨੌਕਰ ਆ, ਉਹ ਖੁਦ ਸੋਚਦਾ ਸੀ ਵੀ ਇਹ ਫਕੀਰ ਹੈ, ਕੋਈ ਰੱਬ ਦਾ ਪਿਆਰਾ ਹੈ, ਪਤਾ ਨਹੀਂ ਕਿਹੜੇ ਆਪਣੇ ਖਾਵੰਦ ਮਾਲਕ ਕੋਲ ਜਾਂਦਾ ਹੈ ਜਿਹਨੇ ਕਹਿ ਦਿੱਤਾ ਵੀ ਮਾਇਆ ਮੋੜ ਕੇ ਅਸੀਂ ਨਹੀਂ ਰੱਖਣੀ। ਐਡਾ ਵੱਡਾ ਤਿਆਗ ਕਲਯੁਗ ਦੇ ਵੇਲੇ ਕਿਹੜੇ ਸਾਧ ਫਕੀਰ 'ਚ ਹੁੰਦਾ ਏ। ਬਹੁਰੂ ਲਾਲ ਜਿਨੈ ਕੇ ਪਾਸੋ,
ਸੋ ਨਹਿ ਲੇਵਤ ਹੈ ਧਨ ਰਸੂ। ਪਹਿਲੀ ਗੱਲ, ਜਿਨ੍ਹਾਂ ਕੋਲ ਐਡਾ ਵੱਡਾ ਕੀਮਤੀ ਲਾਲ, ਜੋ ਇੱਕ ਜੌਹਰੀ ਕੋਲ ਨਹੀਂ, ਇੱਕ ਜੌਹਰੀ ਕੋਲੋਂ ਲਾਲ ਨਹੀਂ ਹੈ, ਜੋ ਭਾਈ ਮਰਦਾਨਾ ਜੀ ਕੋਲੇ ਆ, ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਹੋਇਆ ਸ਼ੁੱਧ ਲਾਲ, ਸ਼ੁੱਧ ਹੀਰਾ, ਲਾਲ ਰੰਗ ਦਾ। ਦੂਜਾ, ਐਡਾ ਮਹਿੰਗਾ ਲਾਲ ਰੱਖ ਕੇ ਵੀ ਮੁਫਤ ਵਿੱਚ ਉਹਨਾਂ ਨੂੰ 100 ਰੁਪਈਆ ਮਿਲਿਆ। ਅੱਜ ਦਾ ਚਲੋ ਅੰਦਾਜ਼ਾ ਲੱਖ ਲਾ ਲਓ, ਵੀ ਕਿਸੇ ਨੇ ਲੱਖ ਰੁਪਇਆ ਦੇਤਾ ਦਰਸ਼ਨ ਦੀ ਭੇਟਾ, ਮੋੜੂ ਕੋਈ ਇੱਥੇ? ਇੱਥੇ ਤੇ ਲੋਕ ਉਧਾਰ ਲੈ ਕੇ ਨਹੀਂ ਮੋੜਦੇ, ਕਿਹਨੇ ਮੋੜਨਾ ਹੈ? ਵੀ ਇਹ 100 ਰੁਪਈਆ ਮੈਨੂੰ ਵਾਪਸ ਮੋੜ ਗਿਆ, ਉਹ ਵੀ ਜਿੱਦ ਕਰਕੇ ਮੋੜ ਕੇ ਗਿਆ ਹੈ, ਮਾਇਆ ਰੱਖਦੇ ਨਹੀਂ। ਇਹ ਤਿਆਗ ਅੱਜ ਦੇ ਸਮੇਂ ਹਜ਼ਾਰਾਂ ਫਕੀਰ ਹੋਣਗੇ, ਹਜ਼ਾਰਾਂ ਚੋਂ ਕਿਸੇ ਇੱਕ ਵਿੱਚ ਹੋਏਗਾ, ਕਿਉਂਕਿ ਤਿਆਗੀ ਹੋਣਾ ਬਹੁਤ ਵੱਡੀ ਗੱਲ ਹੈ। ਵੈਰਾਗ ਅਤੇ ਤਿਆਗ ਧਰਮ ਦੀਆਂ ਨਿਸ਼ਾਨੀਆਂ ਨੇ। ਤਿਨ ਕੋ ਦਰਸ਼ਨ ਚਾਹੀਏ ਕਰਨੇ, ਹੈ ਸ਼ੁਭ ਕੀਨ ਲੋਭ ਜਿਨੇ ਹਰਨੇ। ਸਾਲਸਰਾਏ ਜੌਹਰੀ ਦੀ ਇਹ ਕਹਿ ਲੋ ਕਿਸਮਤ ਪਲਟ ਗਈ। ਭਾਈ ਮਰਦਾਨੇ ਦੇ ਬਹਾਨੇ ਅੱਜ ਤਰਨ ਦਾ ਸਮਾਂ ਆ ਗਿਆ। ਆਪਣੇ ਨੌਕਰ ਧਰਕੇ ਨੂੰ ਕਹਿਣ ਲੱਗਿਆ, ਸੱਜਣਾ ਮੇਰਾ ਚਿੱਤ ਕਰਦਾ ਵੀ ਜਿਹੜਾ ਇਹ ਮਨੁੱਖ ਆਪਣੇ ਕੋਲ ਆਇਆ ਸੀ, ਕਿਉਂਕਿ ਉਹਦੇ ਲਈ ਅਨਨੋਨ ਪਰਸਨ ਹੈ। ਭਾਈ ਮਰਦਾਨਾ ਉਹ ਕਿਹੜਾ ਜਾਣਦਾ ਕੌਣ ਹੈ? ਕਹਿੰਦਾ ਇਸ ਵਿਅਕਤੀ ਦਾ ਗੁਰੂ ਕੋਈ ਪੱਕਾ ਸਾਧੂ ਲੱਗਦਾ ਹੈ, ਮੇਰਾ ਚਿੱਤ ਕਰਦਾ ਵੀ ਮੈਂ ਦਰਸ਼ਨ ਕਰਕੇ ਆਵਾਂ। ਦਿਲ ਕਰਦਾ ਮੇਰਾ ਵੀ ਜਿਹਦੇ ਚ ਐਡਾ ਤਿਆਗ, ਲਾਲਚੀ ਕੋਈ ਨਹੀਂ। ਇੱਥੇ ਤੇ ਕਿਸੇ ਕੋਲ ਦੁਕਾਨ ਤੇ 100 ਰੁਪਈਆ ਵੱਧ ਆ ਜੇ, ਕੱਲ ਵੀ ਆਪਾਂ ਬੇਨਤੀ ਕੀਤੀ, ਸਮਾਨ ਲੈਣ ਗਏ ਆ, ਕੋਈ ਭੁਲੇਖੇ ਨਾਲ 100 ਤੁਹਾਨੂੰ ਮੋੜ ਦੇ 10 ਦੀ ਥਾਂ ਤੇ। ਮੈਂ ਕਹਿੰਦਾ ਬੜੇ ਲੋਕ ਇਦਾਂ ਦੇ ਵਾਪਸ ਹੀ ਨਹੀਂ ਜਾਂਦੇ, ਕਹਿੰਦੇ ਲੈ 2 ਦਿਨ ਦੁਕਾਨ ਤੇ ਨਹੀਂ ਜਾਣਾ, ਉਹਨੂੰ ਪਤਾ ਲੱਗ ਜਾਣਾ ਵੀ 100 ਉਹਦੇ ਕੋਲ ਗਿਆ। ਅਸੀਂ ਤੇ ਰੁਪਈਏ ਰੁਪਈਏ ਤੇ ਮਰਦੇ ਆ, ਪੈਰ ਪੈਰ ਤੇ ਸਾਡੀ ਜਾਨ ਨਿਕਲਦੀ ਹੈ, ਕਹਿਣ ਨੂੰ ਅਸੀਂ ਧਰਮੀ ਆ। ਚਲੋ ਹੌਸਲਾ ਜਿਹਾ ਹੋਣਾ ਚਾਹੀਦਾ, ਪਰ ਮਾਇਆ ਦਾ ਲਾਲਚ ਇੱਧਰ ਨਹੀਂ ਸੀ ਬਿਲਕੁਲ ਵੀ। ਉਹ ਇਹੀ ਸੋਚਦਾ, ਇਸੇ ਗੱਲ ਤੋਂ ਫਿਦਾ ਹੋਇਆ, ਕੁਰਬਾਨ ਹੋਇਆ ਵੀ ਜਿਨ੍ਹਾਂ ਦੇ ਅੰਦਰ ਤਮਾ ਵੀ ਨਹੀਂ ਮਾਇਆ ਦੀ ਕੋਈ। ਮੇਰੀ ਵਸਤੂ ਜੋ ਕਿ ਮੈਂ ਭੇਟ ਕਰ ਚੁੱਕਿਆ, ਭੇਟਾ ਤੇ ਆਪਣੀ ਹੁੰਦੀ, ਗਿਫਟ ਤੁਹਾਨੂੰ ਕਿਸੇ ਨੇ ਦਿੱਤਾ ਉਹ ਤੇ ਤੁਸੀਂ ਹੱਕਦਾਰ ਹੋ। ਪਰ ਕਹਿੰਦੀ ਉਹਨਾਂ ਮੋੜ ਦਿੱਤਾ ਏ, ਉਹ ਸੁਗਾਤੀ ਵਾਪਸ ਕਰਕੇ ਕਹਿੰਦੇ ਸਾਨੂੰ ਚਾਹੀਦਾ ਨਹੀਂ। ਨੌਕਰ ਆਪਣੇ ਨੂੰ ਕਹਿੰਦਾ ਏ ਜਾ ਪਤਾ ਕਰ, ਪਿੱਛੇ ਪਿੱਛੇ ਜਾ, ਬੈਠੇ ਕਿੱਥੇ ਆ, ਕਿਤੇ ਨਾ ਹੋਵੇ ਆਪਾਂ ਗੱਲਾਂ ਕਰੀਏ ਤੇ ਸਾਧੂ ਅਗਲੇ ਪਿੰਡ ਤੋਂ ਜਾਣ, ਇੱਥੋਂ ਕਿਤੇ ਦੂਰ ਜਾਣ। ਅਸ ਕੈ ਲੀਨੋ ਮਦਰ ਆਹਾਰ, ਜਾਗੇ ਜਿਹੇ ਕੇ ਭਾਗ ਅਪਾਰ। ਉਸੇ ਵੇਲੇ ਉਹਨੇ ਜੋ ਮਿੱਠਾ ਸਰਿਆ ਬਣਿਆ, ਗੁੜ ਦੁੱਧ, ਕੁਛ ਚੂਰੀ, ਮਿੱਠੇ ਪਦਾਰਥ, ਭੋਜਨ ਵਿੱਚ ਜੋ ਕੁਝ ਸੀ, ਕਿਉਂਕਿ ਉਹ ਜਾਣਦਾ ਵੀ ਮੈਂ ਸਾਧੂ ਮਹਾਂਪੁਰਖਾਂ ਕੋਲ ਚੱਲਿਆ, ਖਾਲੀ ਨਹੀਂ ਜਾਣਾ, ਰੱਬ ਦੇ ਪਿਆਰਿਆਂ ਕੋਲ ਚੱਲਿਆ। ਕਹਿੰਦੇ ਜੋ ਸਰਿਆ ਬਣਿਆ, ਸਾਲਸਰਾਏ ਜੌਹਰੀ ਹੁਣ ਕੋਈ ਗਰੀਬ ਤੇ ਹੈ ਨਹੀਂ, ਇੱਕ ਸ਼ਾਹੂਕਾਰ ਹੈ। ਕਿੱਡੀ ਵੱਡੀ ਹਵੇਲੀ ਪਟਨਾ ਸਾਹਿਬ ਦੀ ਧਰਤੀ ਤੇ ਉਹਦੀ ਬਣੀ ਹੋਈ ਹੈ। ਛੋਟੇ ਛੋਟੇ ਜੌਹਰੀ ਉਹਦੇ ਆਲੇ ਦਾਲੇ ਆ, ਇਹ ਤੇ ਮੁਖੀ ਸੀ ਉਹਨਾਂ ਦਾ, ਵੱਡਾ ਸੀ। ਤੇ ਹੁਣ ਉਹ ਲੈ ਕੇ ਪਦਾਰਥ, ਕਹਿੰਦੇ ਜਿਹਦੀ ਕਿਸਮਤ ਦਾ ਬੰਦ ਬੂਹਾ ਖੁੱਲਿਆ ਹੈ। ਭੋਜਨ ਤਿਆਰ ਕੀਤਾ ਬੜੀ ਸ਼ਰਧਾ ਭਾਵਨਾ ਦੇ ਨਾਲ, ਪਰ ਜਿਨ੍ਹਾਂ ਨੂੰ ਮਿਲਣ ਚੱਲਿਆ ਨਾ ਕਦੇ ਉਹਨਾਂ ਬਾਰੇ ਪਹਿਲਾਂ ਸੁਣਿਆ, ਨਾ ਕਦੇ ਮਿਲਿਆ ਏ। ਨਿਜ ਤੇ ਪਹਿਲੇ ਦਾਸ ਪਠਾਇਆ, ਜਾਣ ਨਾ ਦੇਉ ਰੱਖੋ ਠਹਿਰਾਇਆ। ਆਪਣੇ ਨੌਕਰ ਨੂੰ ਭੇਜ ਦਿੱਤਾ, ਕਹਿੰਦਾ ਜਾ ਕੇ ਉਹਨਾਂ ਸਤਪੁਰਸ਼ਾਂ ਨੂੰ ਰੋਕੋ, ਸੰਤਾਂ ਨੂੰ, ਵੀ ਜੌਹਰੀ ਜੀ ਆ ਰਹੇ ਆ ਜੀ, ਭੋਜਨ ਲੈ ਕੇ ਤੁਸੀਂ ਜਾਇਓ ਨਾ, ਬੈਠੋ, ਦਰਸ਼ਨ ਕਰਨੇ ਚਾਹੁੰਦੇ ਤੁਹਾਡੇ। ਨੌਕਰ ਗਿਆ, ਭਾਈ ਮਰਦਾਨੇ ਦੇ ਪਿੱਛੇ ਪਿੱਛੇ ਜਾ ਕੇ ਮਰਦ ਨੂੰ ਮੱਥਾ ਟੇਕਿਆ, ਬੇਨਤੀ ਕਰਤੀ, ਕਹਿੰਦਾ ਸਤਪੁਰਸ਼ੋ ਜਾਇਓ ਨਾ ਸੰਤ ਜੀ, ਮੇਰੇ ਮਾਲਕ ਨੇ ਆਪ ਜੀ ਦੇ ਦਰਸ਼ਨ ਕਰਨੇ ਆ। ਪਰ ਭਾਈ ਮਰਦਾਨਾ ਨਹੀਂ ਉੱਧਰ ਵੇਖਦਾ ਵੀ ਮੇਰਾ ਕੀ ਲੈਣ ਦੇਣਾ, ਆਪਾਂ ਨੂੰ ਕੀ ਮਿਲਿਆ ਇੱਥੋਂ, ਚੁੱਪ ਚਪੀਤਾ ਬੈਠਾ। ਹੁਣ ਕੀ ਫਾਇਦਾ, ਲਾਲ ਖਰੀਦਣ ਵੇਚਣ ਦੀ ਗੱਲ ਹੋਊਗੀ, ਬਾਬਾ ਜੀ ਕਹਿੰਦੇ ਪੈਸੇ ਦੇ ਆ, ਮੈਂ ਤੇ ਸੁੱਟੇ ਆਇਆ, ਪੈਸੇ ਕਿਹੜਾ ਮੇਰੇ ਕੋਲੇ ਨੇ, ਉਹਨਾਂ ਕੋਲੇ ਆ। ਪਰ ਕਿਤੇ ਨਾ ਕਿਤੇ ਖਿਆਲ ਆ ਕੀ ਪਤਾ ਮੋੜੀ ਜਾਏ, ਆਖੋ ਸਤਨਾਮ, ਉਹਨੇ ਨੌਕਰ ਭੇਜਤਾ, ਲੈ ਕੇ ਆਉਂਦਾ ਹੋਣਾ, ਧਰਮੀ ਬੰਦਾ ਹੈ। ਚੁੱਪ ਚਾਪ ਬੈਠੇ ਆ, ਕਿਸੇ ਗੱਲ ਦਾ ਕੋਈ ਜਵਾਬ ਨਹੀਂ। ਨੌਕਰ ਕੋਲੇ ਬਹਿ ਗਿਆ, ਉਧਰੋਂ ਸਾਲਸਰਾਏ ਜੌਹਰੀ ਨੇ ਭੋਜਨ ਸੀਸ ਤੇ ਲਿਆ, ਨੰਗੇ ਪੈਰ ਆਪਣੀ ਹਵੇਲੀ ਚੋਂ ਚੱਲਿਆ ਏ। ਦੋਹਰਾ ਗਮਨਿਓ ਘਰ ਤੇ ਭੇਟ ਲੈ, ਸ਼ਾਹੋ ਜੋ ਸਾਲਸਰਾਏ,
ਦੂਰ ਹੋਂ ਤੇ ਦੇਖਤ ਪਇਓ ਸ੍ਰੀ ਗੁਰੂ ਰੂਪ ਸਹਾਏ। ਸਾਲਸਰਾਏ ਜੌਹਰੀ ਭੋਜਨ ਲੈ ਕੇ ਭੇਟਾ ਲੈ ਕੇ ਇੱਕ ਦੋ ਆਪਣੇ ਸੇਵਕਾਂ ਨੂੰ ਲੈ ਕੇ ਜਿੱਥੇ ਗੁਰੂ ਬਾਬਾ ਜੀ ਬੈਠੇ ਉਸੇ ਪਾਸੇ ਆ ਰਹੇ। ਕਹਿੰਦੇ ਦੂਰੋਂ ਸਤਿਗੁਰਾਂ ਨੂੰ ਵੇਖ ਲਿਆ ਉਹਨੇ ਜੌਹਰੀ ਨੇ। ਵੇਖ ਭਾਈ ਮਰਦਾਨਾ ਜੀ ਨੇ ਵੀ ਲਿਆ ਵੀ ਪ੍ਰਾਤ ਦੀ ਚੱਕੀ ਆਉਂਦਾ, ਕੰਮ ਬਣ ਗਿਆ। ਆਖੋ ਸਤਿਨਾਮ ਸ਼ੁਕਰ ਕੁਛ ਤੇ ਆਇਆ, ਅਸੀਂ ਮਾਇਆ ਤੋਂ ਕੀ ਲੈਣਾ। ਢਿੱਡ ਭਰਨ ਦਾ ਰੌਲਾ ਹੈ ਪਰ ਚੁੱਪ ਬੈਠੇ ਆ, ਬੋਲਦੇ ਨਹੀਂ। ਗੁੱਸਾ ਏ ਵੀ 7 ਗੇੜੇ ਤੇ ਮੈਂ ਇਹਦੇ ਘਰ ਲਾ ਆਇਆ, ਉਹ ਤੋਂ ਪਹਿਲਾਂ 4-5 ਗੇੜੇ ਲੱਗੇ। ਭੁੱਖ ਮੈਨੂੰ ਲੱਗੀ, ਪਿਆਸ ਮੈਨੂੰ ਲੱਗੀ, ਜਾਨ ਮੇਰੀ ਨਿਕਲੀ ਪਈ, ਸੁੱਕਣੀ ਪਾਈ ਹੋਈ ਹੈ। ਜਦੋਂ ਸਤਿਗੁਰਾਂ ਨੂੰ ਸਾਲਸਰਾਏ ਜੌਹਰੀ ਨੇ ਦੂਰੋਂ ਵੇਖਿਆ ਨਾ ਜੀ, ਗੁਰੂ ਸਾਹਿਬ ਦਾ ਚਿਹਰਾ ਵੇਖ ਮਨ ਖਿੜ ਗਿਆ ਕਿ ਉਹ ਪਹਿਲੀ ਝਲਕ ਹੈ। ਉਸ ਤੱਕਣੀ ਨੇ, ਉਸ ਝਲਕ ਨੇ ਆਪਾ ਆਪ ਖੋ ਦਿੱਤਾ ਏ। ਚੋਪਈ ਵੈ ਲੱਜਤ ਬੈਠਾ ਮਰਦਾਨਾ ਗਰੀਬ ਨੀਚ ਕਰ ਕਛ ਨਾ ਬਖਾਨਾ। ਭਾਈ ਬਾਲਾ ਜੀ ਦੱਸ ਰਹੇ ਆ, ਕਹਿੰਦੇ ਭਾਈ ਮਰਦਾਨਾ ਜੀ ਲੱਜਤ ਕਹੀਏ ਸ਼ਰਮਿੰਦੇ ਜੇ ਹੋ ਕੇ ਬੈਠੇ ਆ, ਗਰਦਨ ਕੀਤੀ ਨੀਵੀਂ ਬੈਠੇ। ਕੀ ਸੋਚਦੇ ਆ? ਗੇੜੇ ਵੀ ਲਾਏ, ਲਾਲ ਵੀ ਵੇਚਿਆ, ਖੱਟਿਆ ਵੀ ਕੱਖ ਨਹੀਂ। ਆਖੋ ਸਤਨਾਮ, ਇਹ ਕਿਹੜਾ ਸੌਦਾ ਹੋਇਆ? ਵੇਚਣ ਵੀ ਗਿਆ, ਮੁੱਲ ਵੀ ਪਵਾ ਲਿਆ, ਸਭ ਕੁਝ ਹੋ ਗਿਆ, ਫੇਰ ਖਾਲੀ ਦਾ ਖਾਲੀ। ਪੁੰਨ ਵੀ ਗਿਆ, ਫਲੀਆਂ ਵੀ ਗਈਆਂ, ਉਦਾਸ ਸੀ। ਐਨੇ ਨੂੰ ਸਾਲਸਰਾਏ ਜੌਹਰੀ ਨੇੜੇ ਆਇਆ, ਮਰਜ ਨੂੰ ਮੱਥਾ ਟੇਕਿਆ, ਨਮਸਕਾਰ ਚਰਨਾਂ ਤੇ ਕੀਤੀ। ਥਾਲ ਥੂਲ ਕੋੜੇ ਰੱਖੇ ਉਹਨੇ, ਭੇਟਾ ਰੱਖੀ ਚਰਨਾਂ ਤੇ। ਪਰ ਭਾਈ ਮਰਦਾਨਾ ਜੀ ਨੇ ਸੀਸ ਚੁੱਕ ਉੱਪਰ ਵੱਲ ਵੇਖਿਆ ਹੀ ਨਾ। ਖਿਜ ਭਾ ਤੂਸ਼ਨ ਅਤੇ ਸੁਦਾਤਰ ਸਭੈ ਬਾਤ ਮਾਹੀ ਰਹਾ ਜਰ। ਭਾਈ ਬਾਲਾ ਜੀ ਕਹਿੰਦੇ ਮੈਂ ਬੁਲਾਇਆ ਵੀ ਮਰਦਾਨਿਆ, ਹੁਣ ਤੇ ਮੂੰਹ ਸਹੀ ਕਰ ਲਾ। ਆ ਗਏ ਸਾਥੀ। ਕਹਿੰਦੇ ਇੰਨਾ ਖਿਜਿਆ ਸੀ, ਨਾ ਮੇਰੀ ਗੱਲ ਸੁਣੀ, ਨਾ ਮੈਨੂੰ ਬੁਲਾਇਆ, ਚੁੱਪ ਰਿਹਾ। ਸੁਲਵੱਟੇ ਲੈਂਦਾ ਵੀ ਅੱਗੇ ਤੋਂ ਮੈਂ ਇਹਨਾਂ ਨਾਲ ਨਹੀਂ ਰਹਿੰਦਾ। ਵਧੀਆ ਸੀ ਆਪਣੇ ਪਿੰਡ ਘਰ ਪਰਿਵਾਰ 'ਚ, ਭੁੱਖੇ ਮਰਨ ਵਾਲਾ ਕੰਮ ਇੱਥੇ। ਇਹਨਾਂ ਨੂੰ ਭੁੱਖ ਨਹੀਂ ਲੱਗਦੀ, ਮੈਨੂੰ ਇਹ ਪੁੱਛਦੇ ਹੀ ਨਹੀਂ। ਚੁੱਪਚਾਪ ਭਾਈ ਮਰਦਾਨਾ ਜੀ ਦਬੇ ਘੁੱਟੇ ਕਾਫੀ ਦੇਰ ਬੈਠੇ ਰਹੇ। ਅੰਤਰ ਔਰ ਕੀ ਘਟੀ ਵਿਚਾਰੇ ਸ੍ਰੀ ਗੁਰ ਡਰ ਕਰ ਕਛ ਨਾ ਉਚਾਰੇ। ਹੁਣ ਅੰਦਰ ਦੀ ਹਾਲਤ ਹੋਰ ਆ, ਅੰਦਰ ਤੇ ਤੂਫਾਨ ਚੱਲਦੇ ਆ ਵੀ ਆਪਣਾ ਲਾਲ ਵੀ ਚਲਿਆ ਗਿਆ, ਵੀ ਪ੍ਰਾਤ ਜੀ ਚੱਕੀ ਆਉਂਦਾ, ਸੌ ਇਹਨੇ ਵੀ ਨਹੀਂ ਮੋੜਨਾ। ਪਰ ਗੁਰੂ ਸਾਹਿਬ ਤੋਂ ਡਰਦਾ, ਕਹਿੰਦੇ ਭਾਈ ਮਰਦਾਨਾ ਬੋਲਿਆ ਹੀ ਨਾ, ਚੁੱਪ ਰਿਹਾ। ਮਰਦ ਨੂੰ ਮੱਥਾ ਟੇਕ ਕੇ ਸਾਲਸਰਾਏ ਜੌਹਰੀ ਕੋਲੇ ਬਹਿ ਗਿਆ, ਚਰਨਾਂ ਤੇ ਭੇਟਾ ਰੱਖੀ ਐ, ਸੁੱਖ ਸਾਂਦ ਪੁੱਛੀ। ਗੁਰੂ ਸਾਹਿਬ ਨੇ ਉਹਨਾਂ ਨੂੰ ਪੁੱਛਿਆ, ਪਰ ਭਾਈ ਮਰਦਾਨਾ ਜੀ ਨੇ ਕਿਸੇ ਗੱਲ ਦਾ ਕੋਈ ਜਵਾਬ ਦਿੱਤਾ ਨਾ। ਸਾਲਸਰਾਏ ਆਏ ਤਾਹੀਂ ਕਾਲਾ ਆਗੇ ਭੋਜਨ ਤਰੇ ਰਸਾਲਾ। ਰੱਖੇ ਹੋਏ ਭੋਜਨ ਚੋਂ ਖੁਸ਼ਬੂ ਆਉਂਦੀ ਆ ਜੀ, ਜਿਵੇਂ ਅੱਜ ਆ ਰਹੀ ਹੈ, ਆਉਂਦੀ ਆ ਨਾ। ਕਈਆਂ ਨੂੰ ਆਈ ਹੋਣੀ ਇੱਥੋਂ, ਕਈਆਂ ਨੇ ਮੂੰਹ ਵੀ ਸਵਾਰੇ ਹੋਏ ਆ, ਪਤਾ ਹੈ ਵੀ ਅੱਜ ਕੀ ਹੈ। ਹੁੰਦਾ ਹੀ ਆ, ਚਲੋ ਭੁੱਖ ਲੱਗੀ ਹੋਵੇ ਤੇ ਜ਼ਿਆਦਾ ਨਜ਼ਾਰਾ ਜਾਉਂਦਾ, ਖੁਸ਼ਬੂ ਜ਼ਿਆਦਾ ਆਉਣ ਲੱਗ ਜਾਂਦੀ ਹੈ। ਜਿਸ ਵੇਲੇ ਥਾਲ ਰੱਖਿਆ ਸਾਹਮਣੇ ਨਾ, ਭਾਈ ਮਰਦਾਨਾ ਜੀ ਨੂੰ ਖੁਸ਼ਬੂ ਆਵੇ, ਅੰਦਰੋਂ ਖਿੜ ਗਏ। ਕਹਿੰਦੇ ਵਾਹ, ਸ਼ੁਕਰ ਹੈ ਭੋਜਨ ਆ ਗਿਆ। ਗੁਰੂ ਬਾਬਾ ਜੀ ਕਹਿੰਦੇ ਮਰਦਾਨਿਆ ਉਦਾਸ ਕਿਉਂ ਹੈ ਭਾਈ, ਚਿੰਤਾ ਕਿਉਂ ਕਰਦਾ ਹੈ, ਦੱਸ ਕੀ ਛਕਣਾ ਹੈ। ਨਹੀਂ ਬੋਲਦੇ। ਸਮਾਂ ਸਮਾਪਤ ਹੈ ਜੀ। ਬੜੇ ਪਿਆਰੇ ਪਿਆਰੇ ਚੋਜ ਮੇਰੇ ਪਾਤਸ਼ਾਹ ਦੇ ਆਉਣ ਵਾਲੇ ਦਿਨਾਂ ਵਿੱਚ ਆਉਣਗੇ। ਅੱਗੇ ਅੱਗੇ ਚੱਲ ਕੇ ਆਪਾਂ ਸਰਵਣ ਕਰਦੇ ਜਾਣਾ ਹੈ, ਆਨੰਦ ਮਾਣਦੇ ਜਾਣਾ ਹੈ।